ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਰਿਪੋਰਟ ਮੈਂ ਬਣਾ ਰਹੀ ਹਾਂ ਕ੍ਰਿਸਚੀਅਨਿਟੀ ਇਨ ਪੰਜਾਬ ਤੇ। ਪੰਜਾਬ ਦੇ ਵਿੱਚ ਰੀਸੈਂਟਲੀ ਕੁਝ ਡਿਵੈਲਪਮੈਂਟਸ ਹੋਈਆਂ ਜਿੱਥੇ ਸਿੱਖ ਔਰ ਈਸਾਈ ਜਿਹੜੀ ਰਿਲੇਸ਼ਨਸ਼ਿਪ ਆ ਉਹਨਾਂ 'ਚ ਕੁਝ ਕੁੜੱਤਣ ਨਜ਼ਰ ਆਈ ਹੈ ਔਰ ਇੱਕ ਵੈਂਡੇਲਾਈਜ਼ ਕੀਤਾ ਗਿਆ ਚਰਚ ਨੂੰ ਔਰ ਇੱਕ ਟੈਂਟ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਉੱਥੇ ਰਕਸ ਕ੍ਰੀਏਟ ਕੀਤਾ ਗਿਆ। ਇਹ ਉਹਨਾਂ ਘਟਨਾਵਾਂ ਤੋਂ ਹਟ ਕੇ ਮੈਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਥੋਰੋਲੀ ਪੂਰਾ ਕਨਸੈਪਟ ਆਫ ਕ੍ਰਿਸਚੀਅਨਿਟੀ ਇਨ ਪੰਜਾਬ ਜਿਹੜਾ ਆ ਉਹ ਕਿਵੇਂ ਫੈਲ ਰਿਹਾ ਆ ਉਹਨੂੰ ਲੈ ਕੇ ਪਲੱਸ ਇਹਦੇ ਵਿੱਚ ਕੁਝ ਕੁ ਜ਼ਿੰਮੇਵਾਰੀਆਂ ਤੈਅ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਜ਼ਿੰਮੇਵਾਰੀ ਕਿਹਦੀ ਬਣਦੀ ਆ ਔਰ ਨਾਲ ਜਿਹੜਾ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਕਾਨੂੰਨ ਸਰਕਾਰ ਵੱਲੋਂ ਬਣਾ ਦਿੱਤਾ ਜਾਵੇ ਉਹਦੇ ਤੇ ਗੱਲ ਹੋਊਗੀ ਔਰ ਖਾਸ ਤੌਰ ਤੇ ਆਪਾਂ ਇਤਿਹਾਸਿਕ ਪਿਛੋਕੜ ਦੇ ਵਿੱਚ ਜਾ ਕੇ ਥੋੜਾ ਦੇਖਾਂਗੇ ਕਿ ਪੰਜਾਬ ਦੇ ਵਿੱਚ ਕ੍ਰਿਸਚੀਅਨਿਟੀ ਕਿਵੇਂ ਆਈ ਔਰ ਕਿਵੇਂ ਉਹਨੇ ਹਮੇਸ਼ਾ ਆਪਣੇ ਕੰਮ ਨੂੰ ਅੱਗੇ ਪਰਸਿਊ ਕੀਤਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਕ੍ਰਿਸਚੀਅਨਾਈਜੇਸ਼ਨ ਇਨ ਪੰਜਾਬ ਕਿਵੇਂ ਕਹਿ ਸਕਦੇ ਹਾਂ। ਇਹਨੂੰ ਪ੍ਰੂਵ ਕਰਨ ਲਈ, ਇਹਨੂੰ ਸਾਬਿਤ ਕਰਨ ਲਈ ਇੱਥੇ ਕੁਝ ਕੁ ਤੱਥ ਨੇ, ਕੁਝ ਕੁ ਡਾਟਾ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸਭ ਤੋਂ ਪਹਿਲਾ ਡਾਟਾ ਤਾਂ ਇਹ ਹੈ ਕਿ 1947 ਤੋਂ ਅਗਰ ਆਪਾਂ ਲੈ ਲਈਏ ਜਦੋਂ ਪੰਜਾਬ ਦੀ ਵੰਡ ਹੁੰਦੀ ਔਰ ਪੰਜਾਬ ਆਪਣੇ ਕੋਲ ਇਹ ਬਚਦਾ ਆ ਤਾਂ ਇਸ ਪੰਜਾਬ ਦੇ ਵਿੱਚ 1947 ਦੇ ਵਿੱਚ ਸਿਰਫ 60,000 ਦੇ ਕਰੀਬ ਈਸਾਈ ਧਰਮ ਨਾਲ ਸੰਬੰਧਿਤ ਜਿਹੜੇ ਲੋਕ ਸੀਗੇ ਪੰਜਾਬ ਦੇ ਵਿੱਚ ਸੀਗੇ। ਪਰ 2011 ਦਾ ਜਿਹੜਾ ਸੈਂਸਸ ਆ ਉਹ ਕਹਿੰਦਾ ਕਿ 3.5 ਲੱਖ ਈਸਾਈ ਧਰਮ ਦੇ ਨਾਲ ਜੁੜੇ ਹੋਏ ਲੋਕ ਪੰਜਾਬ ਦੀ ਪੋਪੂਲੇਸ਼ਨ, ਪੰਜਾਬ ਦੀ ਡੈਮੋਗ੍ਰਾਫੀ ਦੇ ਵਿੱਚ ਹੈਗੇ ਆ। ਪਰ ਇੱਥੇ ਹੁਣ ਕੁਝ ਈਸਾਈ ਜਥੇਬੰਦੀਆਂ ਨੇ ਜਿਨ੍ਹਾਂ ਦਾ ਇਹ ਦਾਵਾ ਆ ਕਿ ਹੁਣ ਇਹ ਨੰਬਰ ਜਿਹੜਾ ਆ 2011 ਦੇ ਸੈਂਸਸ ਤੋਂ ਜਿਹੜਾ 3.5 ਲੱਖ ਸੀ ਉਹ ਹੁਣ 10 ਗੁਣਾ ਵੱਧ ਚੁੱਕਾ ਹੈ ਔਰ ਹੁਣ ਆਪਣੇ ਕੋਲ ਪੰਜਾਬ ਦੇ ਵਿੱਚ 35 ਲੱਖ ਪੋਪੂਲੇਸ਼ਨ ਐਦਾਂ ਦੇ ਲੋਕ ਨੇ ਜਿਹੜੇ ਈਸਾਈ ਧਰਮ ਨੂੰ ਬਿਲੋਂਗ ਕਰਦੇ ਨੇ। ਇਹ ਇੱਕ ਫੈਕਟ। ਹੁਣ ਇੱਥੇ ਜਿਹੜਾ ਲੇਟੈਸਟ ਡਾਟਾ ਆਪਾਂ ਨੂੰ ਸਰਕਾਰੀ ਤੌਰ ਤੇ ਮਿਲਣਾ ਚਾਹੀਦਾ ਸੀ ਉਹ ਡਾਟਾ ਹਜੇ ਅਵੇਲੇਬਲ ਨਹੀਂ ਆ। ਇੱਕ ਸੈਂਸਸ ਜਿਹੜਾ ਹੁਣ ਹੋਏਗਾ ਪਰ ਆਪਾਂ ਨੂੰ ਹੋਰ ਵੀ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ, SGPC ਵੱਲੋਂ, ਕਿਸੇ ਵੱਲੋਂ ਕੋਈ ਐਦਾਂ ਦਾ ਡਾਟਾ ਮੌਜੂਦ ਨਹੀਂ ਹੈਗਾ ਕਿ ਜਿਹਨੂੰ ਆਪਾਂ ਵੈਰੀਫਾਈ ਕਰਕੇ ਇੱਥੇ ਕਹਿ ਸਕੀਏ। ਇਸ ਤੋਂ ਇਲਾਵਾ ਅਗਰ ਦੂਸਰਾ ਫੈਕਟ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਜਿੰਨੇ ਵੀ ਕ੍ਰਿਸਚੀਅਨਸ ਹੈਗੇ ਨੇ ਉਹਨਾਂ ਚੋਂ 95% ਲੋਕ ਉਹ ਨੇ ਜਿਨ੍ਹਾਂ ਨੇ ਕਨਵਰਜ਼ਨ ਕੀਤੀਆਂ ਹੋਈਆਂ, ਜਿਹੜੇ ਕਨਵਰਟ ਹੋਏ ਨੇ। ਮਤਲਬ ਕਿ ਉਹ ਪਹਿਲਾਂ ਹਿੰਦੂ, ਮੁਸਲਿਮ, ਸਿੱਖ ਜਿਹੜਾ ਵੀ ਧਰਮ ਸੀ ਉਹਦੇ ਵਿੱਚ ਸੀਗੇ, ਉਹਨਾਂ ਨੇ ਬਾਅਦ ਵਿੱਚ ਆਪਣਾ ਧਰਮ ਪਰਿਵਰਤਨ ਕੀਤਾ ਔਰ ਈਸਾਈ ਬਣ ਗਏ। ਇਸ ਤੋਂ ਇਲਾਵਾ ਤੀਸਰਾ ਫੈਕਟ ਇੱਕ ਹੋਰ ਹੈ। ਜਦੋਂ 1947 ਦੇ ਵਿੱਚ ਭਾਰਤ ਦੀ ਵੰਡ ਹੁੰਦੀ ਹੈ, ਭਾਰਤ ਆਜ਼ਾਦ ਹੁੰਦਾ, ਪੰਜਾਬ ਦੀ ਵੰਡ ਹੁੰਦੀ ਹੈ ਤਾਂ ਉਸ ਸਮੇਂ ਪੰਜਾਬ ਦੇ ਵਿੱਚ 60 ਐਦਾਂ ਦੀਆਂ ਚਰਚੇ ਸੀਗੀਆਂ ਜਿਹੜੀਆਂ ਬ੍ਰਿਟਿਸ਼ਰਸ ਵੱਲੋਂ ਬਣਾਈਆਂ ਗਈਆਂ ਸੀ, ਜਿਹੜੀਆਂ 100-150 ਸਾਲ ਪੁਰਾਣੀਆਂ ਐਵੇਂ ਸੀਗੀਆਂ। ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਆਪਾਂ ਚਰਚਸ ਦੇਖੀਏ ਤਾਂ ਇਕੱਲੇ ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਇਹ ਦਾਅਵਾ ਕੀਤਾ ਜਾ ਰਿਹਾ ਇੱਕ ਰਿਪੋਰਟ ਦਾ ਕਿ 600 ਤੋਂ 700 ਚਰਚਸ ਹੈਗੀਆਂ ਨੇ ਜਿਹੜੀਆਂ ਘਰਾਂ ਦੇ ਵਿੱਚ ਹੀ ਖੁੱਲੀਆਂ ਹੋਈਆਂ ਨੇ ਜਾਂ ਘਰਾਂ ਦੀ ਛੱਤ ਤੇ ਬਣੀਆਂ ਹੋਈਆਂ ਨੇ। ਹਰ ਗਲੀ ਮੁਹੱਲੇ ਦੇ ਵਿੱਚ ਇੱਕ ਚਰਚ ਜਿਹੜੀ ਉਹ ਮਿਲ ਜਾਂਦੀ ਹੈ। ਨਾਲ ਹੀ ਇੱਕ ਕ੍ਰਿਸਚੀਅਨ ਧਰਮ ਦੀ ਇੱਕ ਮਿਸ਼ਨਰੀ ਆਰਗੇਨਾਈਜੇਸ਼ਨ ਆ, ਉਹਨਾਂ ਦਾ ਦਾਅਵਾ ਹੈ ਕਿ ਪੰਜਾਬ ਦੇ 12,000 ਪਿੰਡ ਨੇ ਔਰ ਉਹਨਾਂ 12,000 ਪਿੰਡਾਂ ਚੋਂ 8,000 ਪਿੰਡਾਂ ਦੇ ਵਿੱਚ ਜਿਹੜੇ ਕ੍ਰਿਸਚੀਅਨ ਕਮੇਟੀਜ਼ ਆ ਉਹ ਬਣੀਆਂ ਹੋਈਆਂ ਨੇ। ਆਖਰੀ ਤੱਥ ਜੋ ਇੱਕ ਡੈਮੋਗ੍ਰਾਫੀ ਦੇ ਵਿੱਚ ਫਲਕਚੁਏਸ਼ਨ ਨੂੰ ਦਿਖਾਉਂਦਾ ਉਹ ਹੈ ਕਿ ਸਾਲ 2001 ਔਰ 2011 ਦੀ ਜਿਹੜੀ ਜਨਗਣਨਾ ਸੈਂਸਸ ਸੀ, ਅਗਰ ਆਪਾਂ ਉਹਦਾ ਡਾਟਾ ਕੰਪੇਅਰ ਕਰੀਏ, ਇਹ ਕੁਝ ਤੱਥ ਨੇ ਜਿਹੜਾ ਡਾਟਾ ਅਵੇਲੇਬਲ ਆ ਜਿੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕ੍ਰਿਸਚੀਅਨਾਈਜੇਸ਼ਨ ਪੰਜਾਬ ਦੇ ਵਿੱਚ ਹੋ ਰਹੀ ਹੈ। ਇਸ ਤੋਂ ਇਲਾਵਾ ਅਗਰ ਆਪਾਂ ਕਹੀਏ ਕਿ ਆਪਣੇ ਕੋਲ 2022 ਦਾ ਡਾਟਾ ਹੋਵੇ, ਸਾਲ 2021 ਦਾ ਡਾਟਾ ਹੋਵੇ, ਕੋਈ ਡਾਟਾ ਅਵੇਲੇਬਲ ਨਹੀਂ ਹੈ। ਹਾਲਾਂਕਿ ਇੱਥੇ ਜ਼ਿੰਮੇਵਾਰੀ ਬਣਦੀ ਸੀ ਡਾਟਾ ਪ੍ਰੋਵਾਈਡ ਕਰਾਉਣਾ ਲੋਕਾਂ ਨੂੰ। ਇਸ ਤੋਂ ਪਹਿਲਾਂ SGPC ਇਹ ਗੱਲਾਂ ਕਰੇ ਕਿ ਧਰਮ ਪਰਿਵਰਤਨ ਹੋ ਰਿਹਾ, ਕੋਈ ਵੀ ਐਦਾਂ ਦੀ ਫਿਗਰ ਆਪਣੇ ਕੋਲ ਨਹੀਂ ਆ ਜਿਹਦੇ ਤੋਂ ਆਪਾਂ ਅੰਦਾਜ਼ਾ ਲਾ ਸਕੀਏ ਕਿ ਕਿੰਨੀ ਦਰ ਦੇ ਨਾਲ ਧਰਮ ਪਰਿਵਰਤਨ ਹੋ ਰਿਹਾ ਔਰ ਕਿੰਨੇ ਲੋਕ ਹੈ ਜਿਨ੍ਹਾਂ ਨੇ ਸਿੱਖੀ ਤੋਂ ਈਸਾਈ ਧਰਮ ਜੁਆਇਨ ਕੀਤਾ ਜਾਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਹਿੰਦੂ ਧਰਮ ਤੋਂ ਈਸਾਈ ਧਰਮ ਜੁਆਇਨ ਕੀਤਾ। ਸੋ ਇਦਾਂ ਦਾ ਕੋਈ ਫਿਗਰ ਨਹੀਂ ਹੈ। ਸਿਰਫ 2001 ਔਰ 2011 ਦੇ ਜਾਂ ਜਿਹੜੇ ਇਸ ਤੋਂ ਪਿਛਲੇ ਸਰਕਾਰੀ ਡਾਟਾ ਸੀ ਔਰ ਜੋ ਕ੍ਰਿਸਚੀਅਨ ਜਥੇਬੰਦੀਆਂ ਦੇ ਦਾਅਵੇ ਨੇ ਉਹ ਮੈਂ ਤੁਹਾਡੇ ਅੱਗੇ ਇੱਥੇ ਪੇਸ਼ ਕੀਤੇ ਆ। ਭਾਰਤੀ ਸੰਵਿਧਾਨ ਦੇ ਅਨੁਸਾਰ ਧਰਮ ਪਰਿਵਰਤਨ ਤੇ ਧਰਮ ਦਾ ਜਿਹੜਾ ਪ੍ਰਚਾਰ ਕਰਨਾ ਹੈ, ਪਸਾਰ ਕਰਨਾ ਹੈ, ਉਹ ਅਲਾਉਡ ਹੈ। ਪਰ ਫਿਰ ਵੀ ਇੱਥੇ ਆ ਕੇ ਆਪਾਂ ਇਹ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਕ੍ਰਿਸਚੀਅਨਾਈਜੇਸ਼ਨ ਆ ਉਹਦੇ ਵਿੱਚ ਕਿੱਥੇ ਜਿਹੜੀ ਆਮ ਲੋਕ ਮਨਾਂ ਦੇ ਵਿੱਚ ਇੱਕ ਗੁੱਸੇ ਵਾਲੀ ਭਾਵਨਾ ਹੈ ਜਾਂ ਜਿੱਥੇ ਇੱਕ ਡਿਸਲਾਈਕਿੰਗ ਆਉਂਦੀ ਹੈ, ਉਹਦਾ ਕਾਰਨ ਕੀ ਆ? ਉਹ ਪੁਆਇੰਟ ਹੈਗਾ ਕਿ ਜਦੋਂ ਕ੍ਰਿਸਚੀਅਨ ਮਿਸ਼ਨਰੀਜ਼ ਆਪਣੀ ਇਸ ਧਰਮ ਪਰਿਵਰਤਨ ਕਰਾਉਣ ਵਾਲੇ ਇਹ ਪੂਰੀ ਮੁਹਿੰਮ ਨੂੰ ਪੰਜਾਬੀਕਰਨ ਕਰ ਦਿੰਦੇ ਨੇ। ਉਹਦਾ ਪੰਜਾਬੀਕਰਨ ਕਿਵੇਂ ਹੁੰਦਾ ਕਿ ਪੰਜਾਬ ਦੇ ਕਲਚਰਲ ਸਿੰਬਲਸ, ਪੰਜਾਬ ਦੀ ਭਾਸ਼ਾ ਨਾਲ ਹੀ ਸਿੱਖ ਧਰਮ ਦੇ ਰਿਲੀਜੀਅਸ ਸਿੰਬਲਸ ਔਰ ਸਿੱਖ ਧਰਮ ਦੇ ਨਾਲ ਜੁੜੇ ਹੋਏ ਸ਼ਬਦ ਜਿਹੜੇ ਨੇ, ਵੋਕੈਬਲਰੀ ਆ, ਉਹਨੂੰ ਆਪਣੇ ਵਿੱਚ ਇਨਕਲੂਡ ਕਰਕੇ ਉਹਨੂੰ ਵਰਤ ਕੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ
ਕ੍ਰਿਸਚੀਅਨਿਟੀ ਦੇ ਪੂਰੇ ਜਿਹੜਾ ਪਸਾਰ ਹੋ ਰਿਹਾ ਹੈ ਉਹਨੂੰ ਇੱਕ ਡੇਰਾ ਟਾਈਪ ਹੀ ਦਿਖਾਇਆ ਜਾ ਰਿਹਾ ਕਿ ਜਿਵੇਂ ਆਰਡੀਨਰੀ ਡੇਰਾਸ ਪੰਜਾਬ ਦੇ ਵਿੱਚ ਚੱਲਦੇ ਨੇ, ਜਿਵੇਂ ਉਹ ਕਹਿੰਦੇ ਨੇ ਸਤਸੰਗ ਹੋ ਰਿਹਾ ਆ ਵਗੈਰਾ ਹੋ ਰਿਹਾ, ਉਸੇ ਭਾਸ਼ਾ ਦੇ ਵਿੱਚ ਲਿਆ ਕੇ ਕ੍ਰਿਸਚੀਅਨ ਧਰਮ ਨੂੰ ਇੱਕ ਲੋਕਲ ਲੈਵਲ ਤੇ ਪੰਜਾਬੀਕਰਨ ਕਰਕੇ ਲੋਕਾਂ ਦੇ ਮਨਾਂ ਵਿੱਚ ਵਸਾਉਣ ਦੀਆਂ ਕੋਸ਼ਿਸ਼ਾਂ ਨੇ। ਸੋ ਇਹਦੇ ਵਿੱਚ ਇਹ ਸਾਰੇ ਪੁਆਇੰਟ ਆ ਜਾਂਦੇ ਆ ਕਿ ਪੱਗ ਬੰਨ੍ਹ ਕੇ ਜਾਣਾ ਜਿਹੜਾ ਆ ਉਹ ਕ੍ਰਿਸਚੀਅਨਸ ਨੂੰ ਅਲਾਉਡ ਹੋ ਜਾਂਦਾ, ਵੀ ਜਿਹੜੇ ਮਜਬੀ ਸਿੱਖਸ ਨੇ ਜਿਨ੍ਹਾਂ ਦੇ ਜਿਹਨੇ ਪੱਗ ਬੰਨ੍ਹਦੇ ਨੇ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਐਜ਼ ਇਟ ਇਜ਼। ਸੋ ਚਰਚਿਸ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਬਹੁਤ ਥਾਈਂ ਜਿਹੜੀਆਂ ਔਰਤਾਂ ਨੇ ਉਹ ਸਿਰ ਤੇ ਚੁੰਨੀ ਲੈ ਕੇ ਜਾਂਦੀਆਂ ਨੇ, ਜਿਹੜਾ ਕਿ ਹਿੰਦੂ ਧਰਮ ਜਾਂ ਖਾਸ ਤੌਰ ਤੇ ਸਿੱਖ ਧਰਮ ਦਾ ਇੱਕ ਸਿੰਬਲ ਆ, ਇੱਕ ਕੋਡ ਆ ਜਿਹਨੂੰ ਉੱਥੇ ਵੀ ਫੋਲੋ ਕਰਾਇਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਪ੍ਰਚਾਰ ਹੋਣਾ, ਡੋਰ ਟੂ ਡੋਰ ਕੰਪੇਨਸ ਐਂਡ ਸਾਰਾ ਲਿਟਰੇਚਰ ਜਿਹੜਾ ਉਹਨੂੰ ਲੋਕਲ ਭਾਸ਼ਾ ਦੇ ਲੈਵਲ ਤੇ ਲੈ ਆਣਾ, ਸੁਪਰਸਟੀਸ਼ਨ, ਮਾਈਂਡ ਗੇਮ, ਹੀਲਿੰਗ ਟੱਚ, ਜਿਹੜੀਆਂ ਇਹ ਸਾਰੀਆਂ ਗੱਲਾਂ ਦੇ ਨਾਲ ਇੱਕ ਉਹ ਵੀ ਜੋ ਪੰਜਾਬ ਦੇ ਸਿੱਖ ਔਰ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਮੇਜਰ ਸ਼ਬਦ ਨੇ, ਜਿਵੇਂ ਸਤਿਗੁਰੂ, ਜਿਵੇਂ ਸਤਸੰਗ, ਇਹਨਾਂ ਚੀਜ਼ਾਂ ਨੂੰ ਵੀ ਇਨਕੋਰਪੋਰੇਟ ਕਰ ਲਿਆ ਗਿਆ ਹੈ ਕ੍ਰਿਸਚੀਅਨ ਧਰਮ ਦੇ ਪ੍ਰਸਾਰ ਦੇ ਵਿੱਚ। ਜਿਵੇਂ ਸਤਿਗੁਰੂ ਯੀਸ਼ੂ ਦਾ ਸਤਸੰਗ, ਇਹਦੇ ਵਿੱਚ ਜਿਹੜਾ ਉਹ ਸੈਕਸ਼ਨ ਆ ਸਮਾਜ ਦਾ ਜਿਨ੍ਹਾਂ ਨੂੰ ਉਹ ਟਾਰਗੇਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਸਰਟਨਲੀ ਕਨਫਿਊਜ਼ਿੰਗ ਔਰ ਆਪਣਾਪਨ ਜਿਹੜਾ ਉਹ ਇਹਦੇ ਵਿੱਚ ਨਜ਼ਰ ਆਉਂਦਾ ਹੈ, ਕਿਉਂਕਿ ਜਦੋਂ ਸਤਿਗੁਰੂ ਐਂਡ ਸਤਸੰਗ ਨਾਮ ਜਿਹੜਾ ਜੁੜ ਜਾਂਦਾ। ਸੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਡੇਰਿਆਂ ਦਾ ਪਸਾਰ ਹੋਇਆ, ਉਸੇ ਤਰ੍ਹਾਂ ਹੀ ਕ੍ਰਿਸਚੀਅਨਿਟੀ ਅੱਜ ਆਪਣਾ ਪਸਾਰ ਕਰ ਰਹੀ ਹੈ। ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਡੇਰੇ ਨੂੰ ਲਓ ਤਾਂ ਉਹਦੇ ਵਿੱਚ ਵੀ ਸਿੱਖੀ ਦੇ ਨਾਲ ਜੁੜੇ ਹੋਏ ਪਲੱਸ ਨਾਲ ਹਿੰਦੂ ਧਰਮ ਦੇ ਨਾਲ ਜੁੜੇ ਹੋਏ, ਕਿਉਂਕਿ ਪੰਜਾਬ 'ਚ ਮੈਜੋਰਿਟੀ ਧਰਮ ਸਿੱਖੀ ਹੈ। ਸੋ ਉਹਦੇ ਵਿਚਲੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਨੂੰ ਵਰਤਿਆ ਜਾਂਦਾ ਆ ਟੇਢੇ ਮੇਢੇ ਕਰਕੇ ਆਪਣੀ ਕਨਵੀਨੀਅੰਸ ਦੇ ਲਈ, ਤਾਂ ਕਿ ਲੋਕਾਂ ਦੇ ਲਈ ਇੱਕ ਉਹੀ ਚੀਜ਼ ਨੂੰ, ਉਹੀ ਇਲੂਜ਼ਨ ਨੂੰ ਕ੍ਰੀਏਟ ਕੀਤਾ ਜਾਵੇ ਕਿ ਇਹ ਸੇਮ ਹੀ ਆ, ਇਹ ਉਹਦੇ ਨਾਲ ਦਾ ਹੀ ਆ। ਸੋ ਅਪਾਰਟ ਫਰੋਮ ਦਿਸ ਜਿਹੜੇ ਪ੍ਰੀਸਟ ਵੀ ਨੇ ਕ੍ਰਿਸਚੀਅਨ ਮਿਸ਼ਨਰੀਜ਼ ਦੇ, ਉਹ ਵੀ ਇੱਕ ਸੈਲਫ ਸਟਾਈਲਡ ਗੋਡਮੈਨ, ਜਿਵੇਂ ਡੇਰਿਆਂ ਦੇ ਬਾਬੇ ਹੁੰਦੇ ਨੇ ਉਸੇ ਤਰ੍ਹਾਂ ਇੱਕ ਸੈਲਫ ਸਟਾਈਲਡ ਗੋਡਮੈਨ ਬਣ ਕੇ ਇੱਕ ਆਪਣਾ ਡੇਰਾ, ਇੱਕ ਛੋਟਾ ਸੈਕਟ ਚਲਾਉਂਦੇ ਨੇ। ਵੈਸੇ ਗੱਲ ਕਰੀਏ ਤਾਂ ਕ੍ਰਿਸਚੀਅਨਿਟੀ ਦੀਆਂ ਪੰਜਾਬ ਦੇ ਵਿੱਚ ਦੋ ਮੇਨ ਇਹਨਾਂ ਦੀਆਂ ਡਿਨੋਮੀਨੇਸ਼ਨਸ ਆ, ਜਾਂ ਆਪਾਂ ਕਹਿ ਲਈਏ ਇਹਨਾਂ ਦੇ ਡੇਰੇ ਦੋ ਤਰ੍ਹਾਂ ਦੇ ਆ, ਜਾਂ ਇਸ ਚੀਜ਼ ਨੂੰ ਟ੍ਰੈਡੀਸ਼ਨ ਆਪਾਂ ਕਹਿ ਲਈਏ ਉਹ ਹੈ ਰੋਮਨ ਕੈਥੋਲਿਕ ਔਰ ਇੱਕ ਹੈਗਾ ਪ੍ਰੋਟੈਸਟੈਂਟਸ। ਸੋ ਨਾਲ ਹੀ ਇਸ ਤੋਂ ਅੱਗੇ ਸਾਲਵੇਸ਼ਨ ਆਰਮੀ ਐਂਡ ਇੱਦਾਂ ਦੇ ਹੋਰ ਵੀ ਜਿਹੜੀਆਂ ਟ੍ਰੈਡੀਸ਼ਨਸ ਆ ਇਹਨਾਂ ਦੀਆਂ, ਉਹ ਵੀ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਕਰਦੇ ਆ। ਪਰ ਨਾਲ ਹੀ ਪੈਸੇ ਦਾ ਲਾਲਚ ਦੇਣਾ, ਬੈਟਰ ਐਜੂਕੇਸ਼ਨ ਦੀਆਂ ਜਿਹੜੀਆਂ ਬੱਚਿਆਂ ਨੂੰ ਮਿਲਦੀ ਵੀ ਹੈ, ਇੱਦਾਂ ਦੇ ਬਹੁਤ ਸਕੂਲ ਆ ਜਿੱਥੇ ਕ੍ਰਿਸਚੀਅਨ ਫੰਡਿੰਗ ਦੇ ਨਾਲ ਸਕੂਲ ਚੱਲਦੇ ਨੇ ਔਰ ਬੱਚਿਆਂ ਨੂੰ, ਸਟੂਡੈਂਟਸ ਨੂੰ, ਉਸ ਸਮਾਜ ਦੇ ਉਸ ਹਿੱਸੇ ਦੇ ਬੱਚਿਆਂ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ ਅਦਰਵਾਈਜ਼ ਇੱਦਾਂ ਦੀ ਐਜੂਕੇਸ਼ਨ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਵੀ ਮਿਲਦੀ ਆ ਪੰਜਾਬ 'ਚ। ਅੱਗੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਬਹੁਤ ਇੱਦਾਂ ਦੇ ਕਾਲਜਸ ਐਂਡ ਯੂਨੀਵਰਸਿਟੀਜ਼ ਆ, ਇੱਦਾਂ ਦੇ ਮੈਡੀਕਲ ਕਾਲਜਸ ਵੀ ਆ ਜਿਹੜੇ ਕ੍ਰਿਸਚੀਅਨ ਮਿਸ਼ਨਰੀ ਦੁਆਰਾ ਹੀ ਚਲਾਏ ਜਾਂਦੇ। ਪੰਜਾਬ ਦੇ ਵਿੱਚ ਈਸਾਈ ਧਰਮ ਦੀ ਇੰਟਰੋਡਕਸ਼ਨ ਕੋਈ ਨਵੀਂ ਚੀਜ਼ ਨਹੀਂ ਆ ਕਿ ਜਿਹੜੀ ਇਹ ਹੁਣੇ ਲੇਟੈਸਟ ਫਿਨੋਮੀਨਾ ਹੋਇਆ ਹੋਵੇ। ਅਗਰ ਆਪਾਂ ਆਪਣੇ ਇਤਿਹਾਸ 'ਚ ਨਿਗਾਹ ਮਾਰੀਏ ਤਾਂ ਇੱਦਾਂ ਦੀਆਂ ਬਹੁਤ ਇਵੈਂਟਸ ਨੇ ਜਿੱਥੋਂ ਪੜ੍ਹਨ ਨੂੰ ਮਿਲਦਾ ਹੈ, ਜਿੱਥੇ ਪਤਾ ਲੱਗਦਾ ਹੈ ਕਿ ਕ੍ਰਿਸਚੀਅਨਿਟੀ ਸੀਗੀ ਜਦੋਂ ਬ੍ਰਿਟਿਸ਼ ਇੰਡੀਆ ਐਮਪਾਇਰ, ਉਹ ਪੂਰਾ ਕਨਸੈਪਟ ਕੋਲੋਨਾਈਜ਼ਡ ਸੀਗਾ ਜਦੋਂ ਇੰਡੀਆ ਬ੍ਰਿਟਿਸ਼ ਦੇ ਅੰਦਰ, ਤਾਂ ਉਸ ਸਮੇਂ ਹੀ ਇੰਟਰੋਡਕਸ਼ਨ ਹੋਣੀ ਸ਼ੁਰੂ ਹੋ ਗਈ ਸੀ। ਪਰ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਪਹਿਲੀ ਇੰਟਰੋਡਕਸ਼ਨ ਆਫ ਕ੍ਰਿਸਚੀਅਨਿਟੀ ਆਪਾਂ ਕਹਿ ਸਕਦੇ ਹਾਂ 1834 ਦੇ ਵਿੱਚ, ਜਦੋਂ ਇੱਕ ਪ੍ਰੋਟੈਸਟੈਂਟ ਚਰਚ ਜਿਹੜੀ USA ਤੋਂ ਆ, ਉਹਦੇ ਇੱਕ ਮਿਸ਼ਨਰੀ ਜਿਹੜੇ ਆ ਉਹ ਪ੍ਰਚਾਰ ਕਰਨ ਦੇ ਲਈ ਈਸਾਈ ਧਰਮ ਦਾ ਆਪਣੇ ਪੰਜਾਬ ਚਾਹੁੰਦੇ ਨੇ, ਉਹ ਲੁਧਿਆਣੇ ਦੇ ਵਿੱਚ ਆਪਣਾ ਇੱਕ ਸਕੂਲ ਸੈਟਅਪ ਕਰਦੇ ਨੇ। ਪਰ ਇਸ ਤੋਂ ਵੀ ਅਗਰ ਆਪਾਂ ਪਿੱਛੇ ਜਾਈਏ ਤਾਂ ਅਕਬਰ ਦੇ ਸਮੇਂ ਦੇ ਵਿੱਚ ਵੀ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਨੇ ਅਕਬਰ ਦੀ ਕੋਰਟ ਦੇ ਥਰੂ ਲਾਹੌਰ ਦੇ ਵਿੱਚ ਇੱਕ ਚਰਚ ਇਸਟੈਬਲਿਸ਼ ਕਰਦੇ ਨੇ। ਉਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਜਦੋਂ 16ਵੀਂ ਸਦੀ ਆਉਂਦੀ ਆ ਤਾਂ ਉਹਦੇ ਵਿੱਚ ਆ ਕੇ ਇੱਕ ਉਹ ਚਰਚ ਨੂੰ ਢਾਹ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ 17ਵੀਂ ਔਰ 18ਵੀਂ ਸਦੀ ਦੇ ਵਿੱਚ ਕੋਈ ਖਾਸ ਦੇਖਣ ਨੂੰ ਕ੍ਰਿਸਚੀਅਨਿਟੀ ਦਾ ਪਸਾਰ ਨਹੀਂ ਮਿਲਦਾ। ਈਵਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਵੀ ਕ੍ਰਿਸਚੀਅਨਿਟੀ ਨਹੀਂ ਸੀ, ਉਹਦੇ ਵਿੱਚ ਇੱਦਾਂ ਮਿਸ਼ਨਰੀਜ਼ ਨਹੀਂ ਸੀ ਚੱਲਦੇ। ਹਾਂ, ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਦੇ ਵਿੱਚ ਬਹੁਤ ਇੱਦਾਂ ਦੇ ਕ੍ਰਿਸਚੀਅਨ ਸੈਨਿਕ ਸੀ ਜਿਹੜੇ ਯੂਰੋਪੀਅਨ ਸੀ, ਜਿਹੜੇ ਫੋਰਨਰ ਸੀ, ਜਿਹੜੇ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਸੀ, ਉਹ ਕ੍ਰਿਸਚੀਅਨ ਸੀ ਔਰ ਉਹਨਾਂ ਦੇ ਆਪਣੇ ਕੁਝ ਰਿਚੁਅਲ ਸੀ। ਪਰ ਇੱਦਾਂ ਕਨਵਰਜ਼ਨਸ, ਰੈਂਪੈਂਟ ਕਨਵਰਜ਼ਨਸ ਉਹ ਕਿਤੇ ਵੀ ਦੇਖਣ ਨੂੰ ਉਸ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਨਹੀਂ ਮਿਲਦੀਆਂ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਜੇ ਅਨੈਕਸ ਵੀ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਹੀ 1834 ਦੇ ਵਿੱਚ ਹੀ ਲੁਧਿਆਣਾ ਦੇ ਵਿੱਚ ਇੱਕ ਐਜੂਕੇਸ਼ਨਲ ਇੰਸਟੀਚਿਊਟ ਜਿਹੜਾ ਉਹ ਸੈਟਅਪ ਕਰ ਲਿਆ ਜਾਂਦਾ, ਜਿੱਥੇ ਬੱਚਿਆਂ ਨੂੰ ਇੱਕ ਐਜੂਕੇਸ਼ਨ ਦਿੱਤੀ ਜਾਂਦੀ ਹੈ ਧਾਰਮਿਕ ਪੱਖ ਤੋਂ, ਜਿੱਥੇ ਬਾਈਬਲ ਪੜ੍ਹਾਈ ਜਾਂਦੀ ਹੈ, ਜਿੱਥੇ ਜਿਹੜੀਆਂ ਕ੍ਰਿਸਚੀਅਨ ਪ੍ਰੇਅਰਸ ਆ ਉਹ ਕਰਨੀਆਂ ਜ਼ਰੂਰੀ ਹੁੰਦੀਆਂ, ਪਲੱਸ ਨਾਲ ਹੀ ਇੱਥੇ ਇੰਟਰੋਡਕਸ਼ਨ ਹੁੰਦੀ ਹੈ ਜਿੱਥੇ ਇੰਗਲਿਸ਼ ਜਿਹੜਾ ਸਬਜੈਕਟ ਆ, ਲਿਟਰੇਚਰ ਆ ਔਰ ਇੰਗਲਿਸ਼ ਭਾਸ਼ਾ ਦੇ ਨਾਲ ਜਿਹੜਾ ਕਨੈਕਸ਼ਨ ਆ, ਸਾਰੀ ਪੜ੍ਹਾਈ ਨੂੰ ਅੰਗਰੇਜ਼ੀਕਰਨ ਜਿਹੜਾ ਆਉਂਦਾ ਆ, ਜਿਹੜਾ ਇੰਗਲਿਸ਼ ਮੀਡੀਅਮ ਐਜੂਕੇਸ਼ਨ ਉਹ ਇੱਥੇ ਆ ਕੇ ਆਉਂਦੀ ਹੈ। 1834 ਤੋਂ 19th ਸੈਂਚੁਰੀ ਸ਼ੁਰੂ ਹੋਣ ਤੱਕ ਜਿਹੜੀ ਕ੍ਰਿਸਚੀਅਨਿਟੀ ਸੀ ਪੰਜਾਬ ਦੇ ਵਿੱਚ, ਉਹਨਾਂ ਦਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ
ਧਰਮ ਪ੍ਰਚਾਰ ਕਰਕੇ ਜਾਂ ਇੱਕ ਉਹ ਮਿਸਲੀਡਿੰਗ ਪ੍ਰਚਾਰ ਵੀ ਕਿਤੇ ਕੀਤਾ ਜਾਂਦਾ ਹੈ, ਉਹ ਐਵੇਂ ਦਾ ਸਿਸਟਮ ਨਹੀਂ ਸੀ। ਉਹਨਾਂ ਨੇ ਆਪਣੇ ਐਜੂਕੇਸ਼ਨਲ ਇੰਸਟੀਚਿਊਟਸ ਜਿਹੜੇ ਸੀ ਉਹ ਸੈਟਅਪ ਕੀਤੇ। ਉਹਨਾਂ ਦੇ ਬਣਾਏ ਹੋਏ ਉਸ ਸਮੇਂ ਦੇ ਕ੍ਰਿਸਚੀਅਨ ਮਿਸ਼ਨਰੀਜ਼ ਦੇ ਬਣਾਏ ਹੋਏ ਐਜੂਕੇਸ਼ਨਲ ਇੰਸਟੀਟਿਊਸ਼ਨਸ ਅੱਜ ਵੀ ਆਪਣੇ ਪੰਜਾਬ 'ਚ ਹੈਗੇ ਨੇ। ਜਿਵੇਂ ਬੈਰਿੰਗ ਕਾਲਜ ਬਟਾਲਾ ਦੇ ਵਿੱਚ, ਜਿਹੜਾ 18th ਸੈਂਚੁਰੀ ਦੇ ਬਿਲਕੁਲ ਐਂਡ ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ ਸੀ, ਉਹ ਅੱਜ ਵੀ ਇੱਕ ਉੱਥੇ ਕਾਲਜ ਚੱਲ ਰਿਹਾ। ਉੱਥੇ ਬਹੁਤ ਵਧੀਆ ਐਜੂਕੇਸ਼ਨ ਜਿਹੜੀ ਆ ਸਟੂਡੈਂਟਸ ਲੈਂਦੇ ਆ। ਬਟਾਲੇ ਵਾਲਾ ਜਿਹੜਾ ਬੈਰਿੰਗ ਕਾਲਜ ਆ, ਇਹਦੇ ਵਿੱਚ ਤਾਂ ਇੱਕ ਪ੍ਰੋਪਰ ਇਦਾਂ ਦਾ ਇੰਸਟੀਚਿਊਟ ਵੀ ਬਣਾਇਆ ਗਿਆ ਸੀ, ਕ੍ਰਿਸਚੀਅਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਈਸਾਈ ਧਰਮ ਦਾ ਇੰਸਟੀਚਿਊਟ ਜਿੱਥੇ ਸਿੱਖ ਸਟੱਡੀਜ਼ ਨੂੰ ਕਰਾਇਆ ਜਾਊਗਾ। ਸੋ ਇੱਕ ਇਹਦਾ ਕਨਸੈਪਟ ਵਧੀਆ ਸੀ, ਜਿਹਦੇ ਵਿੱਚ ਫਰਦਰ ਜਿਹੜੀ ਧਰਮ ਦੇ ਉੱਤੇ ਜਿਹੜੀ ਫਰਦਰ ਰਿਸਰਚ ਜਿਹੜੀ ਉਹ ਕੀਤੀ ਜਾਂਦੀ ਸੀ। ਪਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਹਦਾ ਜਿਹੜਾ ਨਾਮ ਵੀ ਬਦਲ ਦਿੱਤਾ ਗਿਆ, ਇਹਦੇ ਵਿੱਚੋਂ ਸਿੱਖ ਸ਼ਬਦ ਕੱਟ ਕੇ ਕ੍ਰਿਸਚੀਅਨ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਕਰ ਦਿੱਤਾ ਗਿਆ। ਔਰ ਪਲੱਸ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਅੱਗੇ ਰੋਕਾਂ ਲੱਗੀਆਂ ਨੇ। ਨਾਲ ਹੀ CMC ਲੁਧਿਆਣਾ ਜਿਹੜਾ ਆ, ਉਹ ਵੀ ਇਸੇ ਤਰ੍ਹਾਂ ਹੀ ਕ੍ਰਿਸਚੀਅਨ ਮਿਸ਼ਨਰੀਜ਼ ਵੱਲੋਂ 1860s ਔਰ 70s ਦੇ ਵਿੱਚ ਜਿਹੜਾ ਉਹ ਚਲਾਇਆ ਗਿਆ ਸੀ। ਉਹ ਜਿਹੜਾ CMC ਸੀ, ਉਹ ਇੱਕ ਬਹੁਤ ਸਹੀ ਸੋਚ ਦੇ ਨਾਲ ਉਸ ਸਮੇਂ ਇੱਕ ਕਨਸੈਪਟ ਜਿਹੜਾ ਮੈਨੂੰ ਪੜ੍ਹਨ ਦੇ ਵਿੱਚ ਆਇਆ ਸੀ ਕਿ ਔਰਤਾਂ ਸਟਾਫ ਹੁੰਦੀਆਂ ਸੀ ਔਰ ਔਰਤਾਂ ਦੇ ਲਈ ਹੀ ਉਹ ਇੱਕ ਹਸਪੀਟਲ ਔਰ ਪੂਰਾ ਸਰਵਿਸ ਜਿਹੜੇ ਸੀ ਉਹ ਦਿੰਦੇ ਸੀ। ਪਰ ਜਦੋਂ 1947 'ਚ ਭਾਰਤ ਦੀ ਵੰਡ ਹੁੰਦੀ ਆ, ਉਸ ਸਮੇਂ ਇਸ ਹਸਪੀਟਲ ਨੂੰ CMC ਲੁਧਿਆਣਾ ਨੂੰ ਖੋਲ੍ਹ ਦਿੱਤਾ ਜਾਂਦਾ, ਜਿੱਥੇ ਮੇਲ ਪੇਸ਼ੈਂਟਸ ਨੂੰ ਵੀ ਐਡਮਿਟ ਕੀਤਾ ਜਾਂਦਾ। ਔਰ ਬਾਅਦ ਵਿੱਚ ਜਾ ਕੇ ਉਹ ਮੈਡੀਕਲ ਕਾਲਜ ਜਿਹੜਾ ਬਣਦਾ, MBBS ਹੁੰਦੀ ਆ, ਉੱਥੇ ਹੋਰ ਵੀ ਬਹੁਤ ਸਾਰੇ ਡਿਗਰੀ ਕੋਰਸਿਸ ਮੈਡੀਕਲ ਦੇ ਵਿੱਚ ਹੁੰਦੇ ਆ। ਵਨ ਆਫ ਦ ਪ੍ਰੋਮੀਨੈਂਟ ਇੰਸਟੀਟਿਊਸ਼ਨ ਆ ਪੰਜਾਬ ਦੇ ਵਿੱਚ CMC ਲੁਧਿਆਣਾ। ਸੋ ਉਹ ਵੀ ਉਸੇ ਸਮੇਂ ਦਾ ਹੀ ਸੈਟਲਡ ਹੈ। ਨਾਲ ਹੀ ਦੋ ਇਵੈਂਟਸ ਇੱਦਾਂ ਦੀਆਂ ਆਉਂਦੀਆਂ ਜਿਹਦੇ ਵਿੱਚ ਦੋ ਵੱਡੀਆਂ ਕਨਵਰਜ਼ਨਸ ਆਪਾਂ ਸੁਣਦੇ ਹਾਂ। ਇੱਕ ਤਾਂ ਸੀਗੀ ਮਹਾਰਾਜਾ ਦਲੀਪ ਸਿੰਘ ਦੀ ਕਨਵਰਜ਼ਨ ਹੁੰਦੀ ਆ, ਔਰ ਹੀ ਰਾਇਲ ਫੈਮਿਲੀ ਆਫ ਕਪੂਰਥਲਾ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਡਾਇਰੈਕਟ ਜੁੜਦੇ ਸੀ, ਉਹਨਾਂ ਦਾ ਇੱਕ ਬੇਟਾ ਹਰਨਾਮ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ, ਉਹਨਾਂ ਵੱਲੋਂ ਵੀ ਧਰਮ ਪਰਿਵਰਤਨ ਕੀਤਾ ਜਾਂਦਾ। ਪਲੱਸ ਉਹ ਇੱਕ ਇੰਡੀਅਨ ਕਾਨਫਰੰਸ ਆਫ ਇੰਡੀਅਨ ਕ੍ਰਿਸਚੀਅਨ ਕੋਈ ਇੱਦਾਂ ਦਾ ਇੱਕ ਪਲੇਟਫਾਰਮ ਵੀ ਖੋਲ੍ਹਦੇ ਆ, ਜਿੱਥੇ ਉਹ ਪੂਰੇ ਕ੍ਰਿਸਚੀਅਨ ਨੂੰ ਇਕੱਠੇ ਕਰਕੇ ਫਰਦਰ ਜਿਹੜੀ ਐਸੋਸੀਏਸ਼ਨ ਬਣਾਉਣ ਦੀ ਜਿਹੜੀ ਉਹ ਗੱਲ ਕਰਦੇ ਨੇ। ਸੋ ਇਹ ਇੱਕ ਬਹੁਤ ਇੰਪੋਰਟੈਂਟ ਜਿਹੜੀਆਂ ਇਵੈਂਟਸ ਸੀ। ਔਰ ਨਾਲ ਹੀ ਮੈਂ ਵੀ ਦੱਸਣਾ ਚਾਹੁੰਦੀ ਹਾਂ ਕਿ ਉਸ ਸਮੇਂ ਜਦੋਂ ਆਪਾਂ 1834 ਤੋਂ ਲੈ ਕੇ 1910 ਤੱਕ ਦੀ ਗੱਲ ਕਰਦੇ ਹਾਂ, ਤਾਂ ਉਸ ਸਮੇਂ ਜਿਹੜੀਆਂ ਕਨਵਰਜ਼ਨਸ ਹੋਈਆਂ ਸੀ ਈਸਾਈ ਧਰਮ ਦੇ ਵਿੱਚ, ਉਹ ਇੱਕ ਅਪਰ ਕਲਾਸ ਜਿਹੜਾ ਸਿੱਖ ਸਟ੍ਰੈਟਾ ਸੀਗਾ, ਜਿਹੜੇ ਐਲੀਟ ਲੋਕ ਜਾਂ ਐਰਿਸਟੋਕ੍ਰੈਟ ਜਿਹੜੇ ਸਿੱਖ ਫੈਮਿਲੀ ਸੀਗੀਆਂ, ਉਹਨਾਂ ਦੀਆਂ ਜਾਂ ਹਿੰਦੂ ਫੈਮਿਲੀ ਦੇ ਕੁਝ ਜਿਹੜੇ ਐਲੀਟ ਕਲਾਸ ਲੋਕ ਸੀ, ਉਹਨਾਂ ਦੀਆਂ ਕਨਵਰਜ਼ਨ ਹੁੰਦੀਆਂ ਸੀ। ਪਰ ਜਿਹੜਾ 1947 ਤੋਂ ਬਾਅਦ ਦਾ ਜਿਹੜੀ ਈਸਾਈ ਕਨਵਰਜ਼ਨਸ ਹੋਈਆਂ ਨੇ, ਉਹਦੇ ਵਿੱਚ ਪ੍ਰੋਪਰਲੀ ਉਹ ਫਿਨੋਮੀਨਾ ਬਦਲ ਜਾਂਦਾ ਹੈ, ਜਦੋਂ ਉੱਪਰਲੇ ਸਟ੍ਰੈਟਾ ਨੂੰ ਟਾਰਗੇਟ ਨਾ ਕਰਕੇ ਜਿਹੜਾ ਛੋਟਾ ਵਲਨਰੇਬਲ ਹਿੱਸਾ ਹੈ ਸਮਾਜ ਦਾ, ਜਿਹੜੇ ਉਹ ਲੋਕ ਨੇ ਜਿਨ੍ਹਾਂ ਕੋਲ ਸੋਸ਼ਲੀ ਵੀ ਇੱਕ ਡਿਸਇਲੂਜ਼ਨਮੈਂਟ ਹੈਗੀ ਹੈ, ਏਲੀਏਨੇਸ਼ਨ ਹੈਗੀ ਹੈ, ਔਰ ਇੱਕ ਇਕਨੋਮਿਕਲੀ ਵੀ ਵੀਕਰ ਸੈਕਸ਼ਨ ਆ, ਉਹਨਾਂ ਨੂੰ ਹੀ ਜਿਹੜੇ ਉਹ ਲੋਕ ਵਲਨਰੇਬਲ ਟੂ ਸਾਈਕੋਲੋਜੀਕਲ ਮੈਂਡਿੰਗ ਆ, ਉਹਨਾਂ ਨੂੰ ਹੀ ਸ਼ਾਮਿਲ ਕਰਕੇ ਆਪਣੇ ਧਰਮ ਦੇ ਵਿੱਚ ਇੱਕ ਨੰਬਰ ਵਧਾਉਣ ਦੀ ਜਿਹੜੀ ਚੱਲਦੀ ਪਈ, ਜਿਹੜੀ ਅੱਜ ਵੀ ਇਹ ਚੀਜ਼ ਦੁਬਾਰਾ ਉੱਭਰ ਰਹੀ ਹੈ ਕਿ ਕ੍ਰਿਸਚੀਅਨ ਥ੍ਰੈਟ ਆ ਗਿਆ। ਇਹੀ ਕ੍ਰਿਸਚੀਅਨ ਥ੍ਰੈਟ ਜਿਹੜਾ ਸੀ, ਜਿਹੜਾ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੁੰਦੀ ਆ, ਆਰਿਆ ਸਮਾਜੀ ਜਿਹੜੇ ਆਉਂਦੇ ਨੇ, ਉਹ ਵੀ ਇਸੇ ਹੀ ਚੀਜ਼ ਦੇ ਰਿਸਪੌਂਸ ਦੇ ਵਿੱਚ ਇੱਕ ਰਿਐਕਸ਼ਨਰੀ ਉਹਨਾਂ ਦੀਆਂ ਮੂਵਮੈਂਟਸ ਜਿਹੜੀਆਂ ਉਹ ਚੱਲਦੀਆਂ ਨੇ। ਅਗਰ ਆਪਾਂ ਸੈਂਸਸ ਚੈੱਕ ਕਰੀਏ 1881 ਤੋਂ ਲੈ ਕੇ 1931 ਤੱਕ, ਤਾਂ ਜਿਹੜੇ ਕ੍ਰਿਸਚੀਅਨਸ ਦਾ ਨੰਬਰ ਪੰਜਾਬ ਦੇ ਵਿੱਚ, ਅਨਡਿਵਾਈਡਡ ਪੰਜਾਬ ਦੇ ਵਿੱਚ ਕਈ ਗੁਣਾ ਵੱਧਦਾ ਹੈ। 1881 ਦੇ ਵਿੱਚ ਸਿਰਫ 4000 ਦੇ ਅਰਾਊਂਡ ਇੱਥੇ ਈਸਾਈ ਧਰਮ ਦੇ ਲੋਕ ਸੀ ਅਨਡਿਵਾਈਡਡ ਪੰਜਾਬ ਦੇ ਵਿੱਚ, ਪਰ 1891 ਆਉਂਦੇ ਇਹਨਾਂ ਦਾ ਨੰਬਰ 20000 ਬਣ ਜਾਂਦਾ ਹੈ। ਸੋ ਕਾਫੀ ਗੁਣਾ ਨੰਬਰ ਅੱਗੇ ਨਾਲੋਂ ਵੱਧ ਜਾਂਦਾ। ਇਹੀ ਕਾਰਨ ਸੀ ਕਿ ਇਹ ਉਹ ਦੌਰ ਸੀ ਜਦੋਂ ਆਰਿਆ ਸਮਾਜ ਮੂਵਮੈਂਟ ਸ਼ੁਰੂ ਹੁੰਦੀ ਆ, ਪਲੱਸ ਉਸ ਦੇ ਨਾਲ ਹੀ ਸਿੰਘ ਸਭਾ ਜਿਹੜੀ ਅੰਮ੍ਰਿਤਸਰ ਬਣਦੀ ਆ, ਔਰ ਉਸ ਤੋਂ ਅੱਗੇ ਬਾਅਦ ਵਿੱਚ ਸਿੰਘ ਸਭਾ ਪਿੰਡਾਂ ਦੇ ਵਿੱਚ ਖੁੱਲ੍ਹਦੀਆਂ ਨੇ, ਫਿਰ ਚੀਫ ਖਾਲਸਾ ਦੀਵਾਨ ਬਣਦਾ ਹੈ, ਔਰ ਇਹਦੇ ਵਿੱਚੋਂ ਹੀ ਆਪਣੇ ਕੋਲ ਨਿਕਲ ਕੇ ਆਉਂਦੀ ਆ SGPC ਦਾ ਕੰਮ ਧਰਮ ਪ੍ਰਚਾਰ ਕਰਨਾ ਸੀ, ਧਰਮ ਦੇ ਨਾਲ ਜੁੜੀ ਹਰ ਚੀਜ਼ ਨੂੰ ਮੈਨੇਜ ਕਰਨਾ ਸੀ, ਔਰ ਨਾਲ ਹੀ ਗੁਰਦੁਆਰਿਆਂ ਦੀ ਮੈਨੇਜਮੈਂਟ ਕਰਨਾ ਸੀ। SGPC ਚੋਂ ਹੀ ਨਿਕਲ ਕੇ ਅਕਾਲੀ ਦਲ ਬਣਦੀ, ਔਰ ਅਕਾਲੀ ਦਲ ਚੋਂ ਹੀ ਨਿਕਲ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣਦੀ ਹੈ। ਹੁਣ ਆਪਣੇ ਕੋਲ ਇਹ ਤਿੰਨ ਜਥੇਬੰਦੀਆਂ ਨੇ। SGPC ਜਿਹੜੀ ਸਭ ਤੋਂ ਸਿਰਮੌਰ ਜਥੇਬੰਦੀ ਹੈ, ਔਰ ਜਿਹਦਾ ਕੰਮ ਹੀ ਸਿਰਫ ਧਰਮ ਦੇ ਨਾਲ ਜੁੜੇ ਹੋਏ ਮੈਟਰਸ, ਧਰਮ ਪ੍ਰਚਾਰ ਕਰਨਾ, ਗੁਰਮਤਿ ਪ੍ਰਸਾਰ ਕਰਨਾ, ਔਰ ਜਿਹੜੇ ਗੁਰਦੁਆਰੇ ਆ ਉਹਨਾਂ ਦੀ ਸੇਵਾ ਸੰਭਾਲ ਕਰਨਾ, ਐਂਡ ਸਾਰਾ ਕੁਝ ਉਹਨੂੰ ਮੈਨੇਜ ਕਰਨਾ। ਉਹ ਮਿਨੀ ਪਾਰਲੀਮੈਂਟ ਆਫ ਸਿੱਖਸ ਕਹਿ ਕੇ ਵੀ ਆਪਾਂ ਉਹਨਾਂ ਨੂੰ ਸੰਬੋਧਨ ਕਰ ਸਕਦੇ ਹਾਂ, ਬਿਕੋਜ਼ ਆਲ ਦਾ ਮੈਟਰਸ SGPC ਹੀ ਡੀਲ ਕਰਦੀ ਹੈ ਸਿੱਖਾਂ ਦੇ ਨਾਲ ਜੁੜੇ ਹੋਏ, ਸਿੱਖ ਧਰਮ ਦੇ ਨਾਲ ਜੁੜੇ ਹੋਏ। ਸੋ
SGPC ਇੱਕ ਐਦਾਂ ਦੀ ਜਥੇਬੰਦੀ ਉਸ ਤੋਂ ਬਾਅਦ ਉਹ ਕ੍ਰਿਸਚੀਅਨ ਥ੍ਰੈਟ ਵਾਲੀ ਮੂਵਮੈਂਟ ਜਿਹੜੀ ਆਉਂਦੀ ਹੈ, ਪਲੱਸ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਆਉਂਦੀ ਹੈ, ਐਂਡ ਸਿੰਘ ਸਭਾ ਲਹਿਰ ਦੀ ਅਗਰ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਬੇਸਿਕਲੀ ਸਿੱਖੀ ਦੇ ਵਿੱਚ ਸੁਧਾਰ ਕਰਨ ਦੇ ਲਈ ਉਹ ਜਿਹੜੀ ਇੱਕ ਸਿੰਘ ਸਭਾ ਲਹਿਰ ਸੀ ਜਿਹੜੀ ਉਹ ਸ਼ੁਰੂ ਹੁੰਦੀ ਹੈ, ਕਿਉਂਕਿ ਉਸ ਸਮੇਂ ਬਹੁਤ ਜਿਹੜੀਆਂ ਪ੍ਰੈਕਟਿਸਿਸ ਜਿਹੜੀਆਂ ਸਿੱਖੀ ਦੇ ਵਿੱਚ ਹੋਰ ਧਰਮਾਂ ਦੀਆਂ ਆ ਕੇ ਬਹੁਤ ਜਿਹੜੇ ਰਿਚੁਅਲਸ ਆ ਉਹ ਬਦਲ ਚੁੱਕੇ ਸੀ, ਐਂਡ ਹੋਰ ਬਹੁਤ ਤਰ੍ਹਾਂ ਦੇ ਸੁਪਰਸਟੀਸ਼ਨਸ ਜਿਹੜੇ ਉਹ ਐਂਟਰ ਕਰ ਚੁੱਕੇ ਸੀ। ਸੋ 1920 ਦੇ ਵਿੱਚ ਆ ਕੇ ਆਪਣੇ ਕੋਲ SGPC ਬਣਦੀ ਹੈ, ਔਰ ਹੁਣ ਉਹੀ SGPC ਆਪਣੇ ਕੋਲ ਹੈਗੀ, ਔਰ SGPC ਦਾ ਹੀ ਕੰਮ ਬਣਦਾ ਹੈ ਧਰਮ ਪ੍ਰਚਾਰ ਕਰਨਾ, ਸਿੱਖੀ ਧਰਮ ਦਾ ਪ੍ਰਸਾਰ ਕਰਨਾ ਸਾਰੇ ਪਾਸੇ ਜਾ ਕੇ, ਔਰ ਗੁਰਮਤ ਪ੍ਰਚਾਰ ਕਰਨਾ। ਇੱਥੇ ਮੈਂ ਖਾਸ ਤੌਰ ਤੇ ਜ਼ਿਕਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿਹੜੀ ਉਹ ਫੈਡਰੇਸ਼ਨ ਬਣਾਈ ਗਈ ਸੀ ਉਹਦਾ ਕੰਮ ਇਹ ਸੀ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਨੌਜਵਾਨੀ ਆ ਉਹਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਉਹ ਕੰਮ ਕਰਨ, ਪਲੱਸ ਨਾਲ ਹੀ ਲਿਟਰੇਚਰ ਕ੍ਰੀਏਟ ਕਰਨ, ਆਪਣੇ ਲਿਟਰੇਚਰ ਨੂੰ ਰਿਵਾਈਵ ਕਰਨ, ਔਰ ਹੋਰ ਜਿਹੜੀਆਂ ਸਟੱਡੀਜ਼ ਆ, ਪੇਪਰਸ ਆ ਉਹ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਔਰ ਬੈਟਰਮੈਂਟ ਦੇ ਲਈ ਲੈ ਕੇ ਆਉਣ। ਇਹ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕੰਮ ਸੀ ਇਹ ਬਹੁਤ ਵਧੀਆ ਚੱਲਿਆ ਵੀ ਅਪ ਟੂ ਆਜ਼ਾਦੀ ਤੋਂ ਕੁਝ ਸਾਲਾਂ ਬਾਅਦ ਵਿੱਚ ਵੀ ਅਗਰ ਆਪਾਂ ਦੇਖੀਏ ਤਾਂ ਬਹੁਤ ਵਧੀਆ ਕੰਮ ਚੱਲਦਾ ਹੈ। ਪਰ ਜਦੋਂ ਪੰਜਾਬੀ ਸੂਬਾ ਮੂਵਮੈਂਟ ਆਉਂਦੀ ਹੈ ਉਹਦੇ ਵਿੱਚ ਆ ਕੇ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਦਾ ਹੈ, ਤਾਰਾ ਸਿੰਘ, ਮਾਸਟਰ ਤਾਰਾ ਸਿੰਘ ਐਂਡ ਸੰਤ ਫਤਿਹ ਸਿੰਘ। ਉਸ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਦੀ ਵੀ ਆਪਣੀ ਬੈਸਟ ਪਰਫਾਰਮੈਂਸ ਤੇ ਆ ਨਹੀਂ ਪਾਉਂਦੀ। 1947 ਤੋਂ ਪਹਿਲਾਂ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ 2-4 ਸਾਲ ਦਾ ਸਮਾਂ ਸੀ ਉਹਨਾਂ ਨੇ ਬਹੁਤ ਵਧੀਆ ਕੰਮ, ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਹੋ ਗਿਆ, ਲਾਹੌਰ ਹੋ ਗਿਆ, ਉੱਥੇ ਬਹੁਤ ਵਧੀਆ ਸਿੱਖੀ ਦਾ ਪ੍ਰਚਾਰ ਜਿਹੜਾ ਸੀ, ਅੰਮ੍ਰਿਤ ਪ੍ਰਸਾਰ ਕਰਦੇ ਸੀ, ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਦੇ ਸੀ, ਉਹ ਕੰਮ ਕੀਤਾ। ਪਰ ਉਸ ਤੋਂ ਬਾਅਦ ਇੱਕ ਧਰਮ ਯੁੱਧ ਮੋਰਚਾ ਆਉਂਦਾ, ਔਰ ਉਸ ਤੋਂ ਬਾਅਦ ਜੋ ਵੀ ਸਮਾਂ ਆਉਂਦਾ ਉਹਦੇ ਵਿੱਚ ਫੈਡਰੇਸ਼ਨ ਜਿਹੜੀ ਆ ਉਹਦੇ ਤੇ ਬੈਨ ਵੀ ਲੱਗਦਾ, ਔਰ ਇੱਕ ਤਰ੍ਹਾਂ ਦੇ ਨਾਲ ਉਹਦੀ ਕੰਮ ਦੀ ਆਪਾਂ ਇੱਥੇ ਸ਼ਲਾਘਾ ਨਹੀਂ ਕਰ ਸਕਦੇ ਹੈਗੇ ਧਰਮ ਪ੍ਰਚਾਰ ਨੂੰ ਲੈ ਕੇ। ਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਉਹ ਆਰਗੇਨਾਈਜੇਸ਼ਨ ਸੀ ਜਿਹੜੀ ਯੂਥ ਨੂੰ ਆਪਣੇ ਨਾਲ ਧਰਮ ਦੇ ਮਾਮਲੇ ਦੇ ਵਿੱਚ ਖਿੱਚ ਸਕਦੀ ਸੀ, ਇਹਨਾਂ ਗੱਲਾਂ 'ਚ ਪਾ ਸਕਦੀ ਸੀ, ਔਰ ਗੁਰਮਤ ਪ੍ਰਚਾਰ ਜਿਹੜਾ ਉੱਥੇ ਹੋ ਸਕਦਾ ਸੀ। ਪਰ SGPC ਨੇ ਹੁਣ ਲੇਟਲੀ ਹੀ ਕੁਝ ਦਿਨ ਪਹਿਲਾਂ ਹੀ ਆ ਕੇ ਇਹ ਚੀਜ਼ ਨੂੰ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕੀਤਾ ਜਾਏਗਾ। ਖੈਰ ਇੱਕ ਬਹੁਤ ਵਧੀਆ ਸਟੈਪ ਹੋਏਗਾ ਅਗਰ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕਰਨਗੇ, ਲੇਕਿਨ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜੋ 80ਵੀਆਂ ਤੇ 90ਵੀਆਂ ਦੇ ਵਿੱਚ ਜਿਹੜਾ ਰੋਲ ਰਿਹਾ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਕੁਐਸਚਨ ਮਾਰਕ ਹਜੇ ਵੀ ਖੜੇ ਨੇ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ SGPC ਸਿੱਖਾਂ ਦੀ ਮਿਨੀ ਪਾਰਲੀਮੈਂਟ ਜਿਹਦਾ ਕੰਮ ਸੀਗਾ ਸਾਰਾ ਕੁਝ ਮੈਨੇਜ ਕਰਨਾ, ਔਰ ਉਹਦੇ ਨਾਲ ਅੱਗੇ ਅਕਾਲੀ ਦਲ ਔਰ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਜਿਹੜੇ ਇੰਸਟੀਟਿਊਸ਼ਨਸ ਆ ਇਹਨਾਂ ਦੇ ਵਿੱਚ ਹੋਲੋਨੈਸ ਆ ਚੁੱਕੀ। ਹੋਲੋਨੈਸ ਵੀ ਨਹੀਂ ਸਹੀ ਸ਼ਬਦ ਨਹੀਂ ਹੋਏਗਾ ਇੱਥੇ ਕਹਿਣਾ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਆਈ ਆ ਉਹ ਆਪਣੇ ਨਿੱਜੀ ਮੁਫਾਦਾਂ ਦੇ ਲਈ, ਆਪਣੇ ਮਟੀਰੀਅਲਿਸਟਿਕ ਐਂਬੀਸ਼ਨਸ ਦੇ ਲਈ, ਔਰ ਨਾਲ ਹੀ ਆਪਣੇ ਰਾਜਨੀਤਿਕ ਇੱਛਾਵਾਂ ਪੂਰੀਆਂ ਕਰਨ ਵੱਲ ਨੂੰ ਲੱਗੀ ਰਹੀ ਆ। ਪਰ ਜਿਹੜਾ ਧਰਮ ਪ੍ਰਚਾਰ ਦਾ ਕੰਮ ਸੀ, ਜਿਹੜਾ ਘਰ ਘਰ ਦੇ ਵਿੱਚ ਧਰਮ ਨੂੰ ਪਹੁੰਚਾਉਣਾ, ਔਰ ਪਿੰਡਾਂ 'ਚ ਗੁਰਦੁਆਰੇ ਬਣੇ ਹੋਏ ਨੇ ਉਹਨਾਂ ਨੂੰ ਉੱਥੇ ਗੁਰਮਤ ਪ੍ਰਚਾਰ ਹੋਣਾ ਚਾਹੀਦਾ ਸੀ, ਉਧਰ ਨੂੰ ਕਿਸੇ ਵੀ ਤਰ੍ਹਾਂ ਦਾ ਧਿਆਨ SGPC ਨੇ ਇਨੋਵੇਟਿਵ ਢੰਗ ਦੇ ਨਾਲ ਨਹੀਂ ਲਿਆ। ਇਹ ਵੀ ਇੱਕ ਕਾਰਨ ਹੈ ਕਿ ਜਿਹੜੇ ਡੇਰੇ ਔਰ ਕ੍ਰਿਸਚੀਅਨਿਟੀ ਆ ਇਹਦਾ ਪ੍ਰਸਾਰ ਪੰਜਾਬ ਦੇ ਵਿੱਚ ਬਹੁਤ ਹੋ ਰਿਹਾ। ਰਹੀ ਗੱਲ ਹੁਣ ਪੋਲੀਟੀਕਲ ਪਾਰਟੀਜ਼ ਦੀ, ਪੋਲੀਟੀਕਲ ਪਾਰਟੀਜ਼ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੰਜਾਬ ਦੇ ਵਿੱਚ ਕ੍ਰਿਸਚੀਅਨਿਟੀ ਬਹੁਤ ਵੱਧ ਰਹੀ ਹੈ। ਆਪਾਂ 2019 ਦੀਆਂ ਇਲੈਕਸ਼ਨਾਂ ਲੋਕ ਸਭਾ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੀ ਕ੍ਰਿਸਚੀਅਨ ਸੀਗੇ। ਕਿਉਂਕਿ ਗੁਰਦਾਸਪੁਰ ਲੋਕ ਸਭਾ ਕੌਂਸਟੀਚੁਐਂਸੀ ਇੱਦਾਂ ਦੀ ਹੈ ਜਿੱਥੇ ਕਈ ਲੱਖਾਂ ਦੇ ਵਿੱਚ ਆਲਮੋਸਟ ਤਕਰੀਬਨ 2 ਲੱਖ ਦੇ ਕਰੀਬ ਇੱਦਾਂ ਦੇ ਵੋਟਰ ਆ। 20-22% ਕ੍ਰਿਸਚੀਅਨ ਵੋਟਰ ਨੇ ਉਸ ਕੌਂਸਟੀਚੁਐਂਸੀ ਦੇ ਵਿੱਚ। ਇਸ ਕਰਕੇ ਉੱਥੇ ਕ੍ਰਿਸਚੀਅਨਸ ਜਿਹੜੇ ਆ ਉਹਨਾਂ ਦੀ ਵੋਟ ਬੈਂਕ ਆ ਇੱਕ ਉਹ ਬਹੁਤ ਇੰਪੋਰਟੈਂਟ ਆ। ਇਹੀ ਕਾਰਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਅੱਜ ਲੀਡਰ ਆਫ ਆਪੋਜੀਸ਼ਨ ਹੈ, ਉਸ ਸਮੇਂ ਉਹਨਾਂ ਨੂੰ ਵਾਅਦਾ ਕਰਦੇ ਸੀ, ਕ੍ਰਿਸਚੀਅਨਸ ਦੀ ਮੰਗ ਸੀਗੀ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ, ਔਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਚੀਜ਼ ਨੂੰ ਕਿਹਾ ਵੀ ਸੀ ਕਿ ਉਹ 2% ਰਿਜ਼ਰਵੇਸ਼ਨ ਦਿਵਾਉਣ ਦੀ ਗੱਲ ਜਿਹੜੀ ਉਹ ਅੱਗੇ ਰੱਖਣਗੇ। ਸੋ ਜਿਹੜੀ ਸਾਡੀ ਪੋਲੀਟੀਕਲ ਪਾਰਟੀ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਸੀ, ਚਾਹੇ SGPC ਸੀ, ਉਹਨਾਂ ਨੂੰ ਨਿਰੰਤਰ ਪਤਾ ਸੀ ਕਿ ਇਹ ਜਿਹੜੇ ਕੰਮ ਆ ਉਹ ਚੱਲਦੇ ਪਏ ਆ। ਪਰ ਮੇ ਵੀ ਹੋ ਸਕਦਾ ਵੋਟ ਬੈਂਕ ਪੋਲਿਟਿਕਸ ਹੋਵੇ, ਜਾਂ ਹੋ ਸਕਦਾ ਕਿ ਹੁਣ ਅਕਾਲੀ ਦਲ ਆਊਟ ਆਫ ਪਾਵਰ ਆ। ਦਿਸ ਮਾਈਟ ਬੀ ਦਾ ਰੀਜ਼ਨ ਕਿ SGPC ਨੂੰ ਮਜਬੂਰੀ ਦੇ ਵਿੱਚ ਇਸ ਪਾਸੇ ਨੂੰ ਬੋਲਣਾ ਪੈ ਰਿਹਾ। ਪਰ SGPC ਨੂੰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਦੋਂ ਟੀਮ ਇੱਥੇ ਆ ਕੇ ਇਸ ਪੂਰੇ ਧਰਮ ਪ੍ਰਚਾਰ ਨੂੰ ਰੋਕਣ ਦੇ ਲਈ ਜਿਹੜਾ ਈਸਾਈ ਧਰਮ ਦਾ ਹੋ ਰਿਹਾ ਆ, ਪਲੱਸ ਨਾਲ ਹੀ ਘਰ ਵਾਪਸੀ ਵਾਲਾ ਉਹ ਕਨਸੈਪਟ ਲੈ ਕੇ ਆਉਂਦੇ ਨੇ, ਤਾਂ ਉਸ ਤੋਂ ਪਹਿਲਾਂ ਹੀ SGPC ਨੂੰ ਐਕਟਿਵ ਹੋ ਜਾਣਾ ਚਾਹੀਦਾ ਸੀ। ਹੁਣ ਜਿਹੜੇ SGPC ਦੇ ਪ੍ਰਧਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ, ਜੋ ਉੱਥੇ ਵੈਂਡਲਾਈਜ਼ ਕੀਤਾ ਗਿਆ ਤਰਨ ਚਰਚ ਦੇ ਵਿੱਚ, ਉਹਨਾਂ ਨੇ ਇੱਕ ਗੱਲ ਨੂੰ ਇੱਥੇ ਕਿਹਾ ਕਿ ਜਿਹੜੇ ਅਕਾਲ ਪੁਰਖ ਦੀ ਫੌਜ ਨੇ ਇਹ ਪਹਿਲਾਂ ਤਾਂ ਕਿਸੇ ਤੇ ਹੱਥ ਨਹੀਂ ਚੱਕਦੇ, ਹੋ ਜੇ ਚੱਕਦੇ ਆ ਤਾਂ ਫਿਰ ਰੁਕਦੇ ਨਹੀਂ ਆ, ਇਹਨਾਂ ਤੇ ਜਿਹੜਾ ਕੀਤਾ ਪਰਚਾ ਵਾਪਿਸ ਲੈਣਾ ਚਾਹੀਦਾ। ਇੱਥੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਪ੍ਰਧਾਨ ਸਾਹਿਬ ਦਾ, SGPC ਦੇ ਪ੍ਰਧਾਨ ਦਾ ਇਹ ਬਿਆਨ ਜਿਹੜਾ ਉਹ ਮੰਦਭਾਗਾ ਕਿਉਂ ਹੈ? ਕਿਉਂਕਿ
ਸਿੱਖਾਂ ਦੇ ਕੋਲ ਇੱਕ ਮਿਨੀ ਪਾਰਲੀਮੈਂਟ ਆ ਉਹਨਾਂ ਦੀ ਆਪਣੀ। ਮਿਨੀ ਨਹੀਂ ਹੈ ਕਿ ਟੋਟਲ ਆਲ ਟੂਗੈਦਰ ਪਾਰਲੀਮੈਂਟ ਆ ਜਿਹਦੇ ਵਿੱਚ ਡੈਮੋਕ੍ਰੇਸੀ ਨਾਲ ਚੁਣਾਵ ਹੁੰਦੇ ਆ, ਚੁਣੇ ਜਾਂਦੇ ਆ। ਉਹ ਅਗਰ ਜਨਤਾ ਦੇ ਹੱਥਾਂ ਦੇ ਵਿੱਚ, ਅਗਰ ਲੋਕਾਂ ਦੇ ਹੱਥਾਂ ਦੇ ਵਿੱਚ ਫੈਸਲੇ ਕਰਨ ਦੀ ਤਾਕਤ ਦੇ ਦੇਣਗੇ ਇਸ ਸਮੇਂ, ਤਾਂ ਪੰਜਾਬ ਦੇ ਵਿੱਚ ਫਿਰਕੂ ਮਾਹੌਲ ਜਿਹੜਾ ਉਹ ਹੋਰ ਵਧੇਗਾ। ਇਹੋ ਜਿਹੀਆਂ ਚੀਜ਼ਾਂ ਤੋਂ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਧਰਮ ਪ੍ਰਚਾਰ ਸਿੱਖੀ ਦਾ ਵਧਾਉਣ ਦੇ ਲਈ, ਔਰ ਜਿਹੜਾ ਉਹ ਸਮਾਜ ਦਾ ਸੈਕਸ਼ਨ ਆ ਜਿਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਦੇ ਵੇਲੇ ਜਦੋਂ ਭਾਰਤ ਆਜ਼ਾਦ ਹੁੰਦਾ ਹੈ ਤਾਂ ਆਜ਼ਾਦ ਹੋਣ ਤੋਂ 2 ਸਾਲ ਬਾਅਦ ਹੀ ਸ਼ਡਿਊਲ ਕਾਸਟ ਦੇ ਸਿੱਖਾਂ ਦੇ ਲਈ, ਜਿਹੜੇ ਮਜ਼੍ਹਬੀ ਸਿੰਘ ਆ, ਜਿਹੜੇ ਸਿੰਘ ਆਪਾਂ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਰਿਜ਼ਰਵੇਸ਼ਨ ਦਿਵਾਉਣ ਦੇ ਲਈ ਮਾਸਟਰ ਤਾਰਾ ਸਿੰਘ ਇੱਕ ਸੰਘਰਸ਼ ਕਰਦੇ ਨੇ, ਜਿਹਦੇ ਵਿੱਚ ਉਹ ਦਿੱਲੀ ਨਹਿਰੂ ਦੇ ਕੋਲ ਜਾਂਦੇ ਨੇ ਔਰ ਮੰਗਾਂ ਮਨਵਾਉਂਦੇ ਨੇ ਕਿ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹਦੇ ਵਿੱਚ ਮਜ਼੍ਹਬੀ ਸਿੱਖਾਂ ਨੂੰ ਜਾਂ ਜਿਹੜੇ ਸ਼ਡਿਊਲ ਕਾਸਟ ਸਿੱਖ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ। ਸੋ ਮੈਂ ਇਹ ਮੰਨਦੀ ਹਾਂ ਕਿ ਮਾਸਟਰ ਤਾਰਾ ਸਿੰਘ ਜੀ ਦੀ ਇਹ ਸਭ ਤੋਂ ਵੱਡੀ ਗਲਤੀ ਸੀ। ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੀ ਸਿੱਖੀ ਹੈ, ਸਿੱਖ ਫਲਸਫਾ ਆ, ਉਹ ਕਿਸੇ ਨੂੰ ਵੀ ਮਜ਼੍ਹਬੀ ਜਾਂ ਐਵੇਂ ਦੀ ਕਾਸਟ ਜਾਂ ਕਿਸੇ ਵੀ ਕਾਸਟ ਦੇ ਵਿੱਚ ਬੰਦਾ ਹੀ ਨਹੀਂ। ਉਹ ਇਗੈਲੀਟੇਰੀਅਨ ਸੁਸਾਇਟੀ ਜਾਂ ਸੁਸਾਇਟੀ ਦੇ ਵਿੱਚ ਜਿੰਨੇ ਵੀ ਸਟ੍ਰੈਟਾ ਬਣੇ ਆ, ਸਟ੍ਰੈਟੀਫਿਕੇਸ਼ਨ ਆ, ਉਹਨੂੰ ਭੰਗ ਕਰਦਾ ਹੈ ਸਿੱਖੀ ਧਰਮ। ਪਰ ਮਾਸਟਰ ਤਾਰਾ ਸਿੰਘ ਨੇ ਜਿਹੜੇ ਇੱਕ ਪ੍ਰੋਮੀਨੈਂਟ ਸਿਰਮੌਰ ਸਿੱਖ ਆਗੂ ਸੀਗੇ, ਉਹਨਾਂ ਵੱਲੋਂ ਇਹ ਖਾਸ ਜਿਹੜੀ ਰਿਜ਼ਰਵੇਸ਼ਨ ਸੀ ਸ਼ਡਿਊਲ ਕਾਸਟ ਦੇ ਵਿੱਚ ਇਹਨਾਂ ਸਿੰਘਾਂ ਨੂੰ, ਮਜ਼੍ਹਬੀ ਸਿੰਘਾਂ ਨੂੰ ਦਵਾਈ ਗਈ ਹੈ। ਔਰ ਇੱਥੇ ਜਦ ਕਿ ਇਹ ਡਰਾ ਲਾਈਨ, ਇੱਕ ਲਾਈਨ ਡਰਾ ਹੋ ਜਾਣੀ ਚਾਹੀਦੀ ਸੀ ਕਿ ਮਜ਼੍ਹਬੀ ਸਿੰਘ ਨਹੀਂ, ਉਹ ਸਿਰਫ ਸਿੱਖ ਨੇ। ਜਿਵੇਂ ਬਾਕੀ ਦੇ ਸਿੱਖ ਨੇ ਐਵੇਂ ਉਹ ਸਿੱਖ ਨੇ, ਔਰ ਉਹਨਾਂ ਦੀ ਅਪਲਿਫਟਮੈਂਟ ਦੇ ਲਈ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ SGPC ਦੇ ਅਧੀਨ ਆਪਣੇ ਖਾਸ ਜਿਹੜੇ ਪ੍ਰੋਗਰਾਮ ਉਹ ਡਿਵੈਲਪ ਕਰਨੇ ਚਾਹੀਦੇ ਸੀ। SGPC ਵੱਲੋਂ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸੀ ਪਿਛਲੇ ਸਾਲ, ਉਹਨਾਂ ਵੱਲੋਂ ਉਸ ਟਾਈਮ ਘਰ ਦੇ ਵਿੱਚ ਧਰਮਸ਼ਾਲ ਇੱਕ ਇੱਦਾਂ ਦੀ ਕੰਪੇਨ ਚਲਾਈ ਗਈ ਸੀ। ਪਰ ਉਸ ਕੰਪੇਨ ਦਾ ਕੀ ਉਹਦਾ ਫਰਦਰ ਉਹਨਾਂ ਨੇ ਡਾਟਾ ਕੀ ਅਚੀਵ ਕੀਤਾ ਉਹ ਆਪਣੇ ਨਾਲ ਸ਼ੇਅਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ SGPC ਦੇ ਜਿਹੜੀਆਂ ਪ੍ਰੋਮੀਨੈਂਟ ਪੋਜੀਸ਼ਨਸ ਤੇ ਬੈਠੇ ਹੋਏ ਲੋਕ ਨੇ ਉਹ ਵੀ ਬੈਕਵਰਡ ਕਲਾਸਿਸ, ਸ਼ਡਿਊਲ ਕਲਾਸਿਸ ਤੋਂ ਬਿਲੋਂਗ ਕਰਦੇ ਆ। ਸੋ ਇੱਕ ਇਹ ਇੰਡੀਕੇਸ਼ਨ ਹੈ, ਸਾਈਨ ਹੈ ਕਿ ਸਿੱਖੀ ਦੇ ਵਿੱਚ ਕਿਤੇ ਵੀ ਕੋਈ ਇੱਦਾਂ ਦਾ ਵਿਤਕਰਾ ਨਹੀਂ ਹੈ। ਸੋ ਬਸ ਪ੍ਰੋਬਲਮ ਓਨਲੀ ਇੱਥੇ ਹੈ ਕਿ ਇਸ ਚੀਜ਼ ਨੂੰ ਪ੍ਰਚਾਰਿਆ ਨਹੀਂ ਜਾ ਰਿਹਾ ਹੈ। ਵੀਡੀਓ ਦੇ ਇਸ ਆਖਰੀ ਸੈਗਮੈਂਟ 'ਚ ਆਪਾਂ ਗੱਲ ਕਰਾਂਗੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ ਕਾਨੂੰਨ ਲਿਆਉਣ ਦੀ ਲੋੜ ਹੈ। ਕਾਨੂੰਨ ਜਿਹੜੇ ਨੇ ਭਾਰਤ ਦੇ ਵਿੱਚ 1930-40 ਦੇ ਵਿੱਚ ਵੰਡ ਤੋਂ ਪਹਿਲਾਂ, ਜਦੋਂ ਭਾਰਤ ਆਜ਼ਾਦ ਹੋਇਆ ਸੀ, ਉਸ ਤੋਂ ਪਹਿਲਾਂ ਵੀ ਬਣੇ ਹੋਏ ਸੀ। ਜਿਹੜੇ ਹਿੰਦੂ ਰਾਜੇ ਸੀ ਉਹਨਾਂ ਵੱਲੋਂ ਵੀ ਇਦਾਂ ਦੇ ਕਾਨੂੰਨ ਬਣਾਏ ਗਏ ਸੀ ਜਿਹੜੇ ਧਰਮ ਪਰਿਵਰਤਨ ਨੂੰ ਰੋਕਦੇ ਸੀ। ਆਰਿਆ ਸਮਾਜ ਮੂਵਮੈਂਟ ਦੀ ਆਪਾਂ ਗੱਲ ਕਰ ਚੁੱਕੇ ਹਾਂ, ਉਹਦੀਆਂ ਹੋਰ ਵੀਡੀਓਜ਼ ਵੀ ਅਵੇਲੇਬਲ ਆ, ਵੀ ਉਹ ਸਾਰੀਆਂ ਇਸੇ ਚੀਜ਼ 'ਚੋਂ ਹੀ ਰਾਈਜ਼ ਹੋਈਆਂ ਸੀ ਤਾਂ ਕਿ ਹਿੰਦੂ ਧਰਮ ਦਾ ਜਿਹੜਾ ਧਰਮ ਪਰਿਵਰਤਨ ਨਾ ਹੋ ਸਕੇ। ਇਸੇ ਤਰ੍ਹਾਂ ਸਿੰਘ ਸਭਾ ਲਹਿਰ। ਔਰ ਜੇਕਰ ਆਪਾਂ ਭਾਰਤ ਦੀ ਐਜ਼ ਅ ਸੈਂਟਰਲ ਗਵਰਨਮੈਂਟ ਦੀ ਗੱਲ ਕਰੀਏ ਤਾਂ ਸੈਂਟਰਲ ਗਵਰਨਮੈਂਟ ਆਪਣੀ ਇਸ ਕਪੈਸਿਟੀ 'ਚ ਨਹੀਂ ਹੈ, ਉਹਨਾਂ ਨੂੰ ਸੰਵਿਧਾਨ ਅਲਾਉ ਨਹੀਂ ਕਰਦਾ ਮੇਰੇ ਅਕੋਰਡਿੰਗਲੀ ਕਿ ਉਹ ਕੋਈ ਇੱਦਾਂ ਦਾ ਕਾਨੂੰਨ ਲਿਆ ਸਕਣ ਜਿਹਦੇ ਨਾਲ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਆਪਣੇ ਸੰਵਿਧਾਨ ਦੇ ਆਰਟੀਕਲ 25 ਤੋਂ 30 ਤੱਕ ਉਹ ਨੇ ਜਿਹੜੇ ਅਲਾਉ ਕਰਦੇ ਨੇ ਧਰਮ ਨੂੰ ਪ੍ਰੋਪਾਗੇਟ ਕਰਨਾ, ਜਿਹੜਾ ਉਹ ਬਿਨਾਂ ਲਾਅ ਐਂਡ ਆਰਡਰ ਨੂੰ ਡਿਸਟਰਬ ਕਰੇ, ਉਹ ਅਲਾਉ ਕਰਦੇ ਨੇ। ਸੋ ਇਸ ਚੀਜ਼ ਦੇ ਖਿਲਾਫ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਸੈਂਟਰ ਗਵਰਨਮੈਂਟ ਤੋਂ ਮੇਰੇ ਅਕੋਰਡਿੰਗਲੀ ਨਾ ਅੱਜ ਤੱਕ ਆਇਆ ਤੇ ਨਾ ਹੀ ਮੈਨੂੰ ਲੱਗਦਾ ਆ ਸਕਦਾ, ਕਿਉਂਕਿ ਲਾਅ ਐਂਡ ਆਰਡਰ ਫਰਦਰ ਔਨ ਆ ਕੇ ਸਟੇਟ ਸਬਜੈਕਟ ਬਣਦਾ ਹੈ। ਧਰਮ ਪਰਿਵਰਤਨ ਨੂੰ ਸੈਂਟਰ ਸਰਕਾਰ ਰੋਕ ਨਹੀਂ ਸਕਦੀ, ਧਰਮ ਦੀ ਪ੍ਰੋਪਾਗੇਸ਼ਨ ਨੂੰ ਸੈਂਟਰ ਸਰਕਾਰ ਰੋਕ ਨਹੀਂ ਸਕਦੀ ਕਿਉਂਕਿ ਸੰਵਿਧਾਨ ਅਲਾਉ ਨਹੀਂ ਕਰਦਾ। ਆਪਣੇ ਭਾਰਤ 'ਚ ਇੱਦਾਂ ਦੀਆਂ ਸਟੇਟਸ ਹੈਗੀਆਂ ਨੇ ਜਿਨ੍ਹਾਂ ਨੇ ਇੱਦਾਂ ਦੇ ਕਾਨੂੰਨ ਬਣਾਏ ਹੋਏ ਨੇ। ਉੜੀਸਾ ਜਿਹੜੀ ਆ ਸਭ ਤੋਂ ਪਹਿਲੀ ਸਟੇਟ ਸੀ ਧਰਮ ਪਰਿਵਰਤਨ ਦੀ। ਆਪਾਂ ਕ੍ਰਿਸਚੀਅਨਾਈਜੇਸ਼ਨ ਇਨ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਇੱਦਾਂ ਦੀਆਂ, ਉੜੀਸਾ ਜਿਹੜੀ ਉਹ ਇੱਦਾਂ ਦੀ ਜਗ੍ਹਾ ਨੇ ਜਿੱਥੇ ਕ੍ਰਿਸਚੀਅਨਿਟੀ ਨੇ ਬਹੁਤ ਪਸਾਰ ਕੀਤਾ ਬਹੁਤ ਕੁਇਕਲੀ। ਇਹ ਪ੍ਰੋਬਲਮਸ ਦੇ ਨਾਲ ਉਹ ਸਟੇਟਸ ਜਿਹੜੀਆਂ ਨੇ ਉਹ ਪਹਿਲਾਂ ਹੀ ਡੀਲ ਕਰ ਚੁੱਕੀਆਂ ਨੇ। ਔਰ ਭਾਰਤ ਦੇ ਵਿੱਚ ਕਈ ਸਟੇਟਸ ਇੱਦਾਂ ਦੀਆਂ ਜਿੱਥੇ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ ਕਾਨੂੰਨ ਆਏ ਹੋਏ ਨੇ। ਪਰ ਇਹ ਜਿਹੜੇ ਕਾਨੂੰਨ ਆ ਇਹਨਾਂ ਦੇ ਵਿੱਚ ਇੱਕ ਪ੍ਰੋਬਲਮ ਆ ਜਾਂਦੀ। ਪ੍ਰੋਬਲਮ ਇਹ ਆ ਜਾਂਦੀ ਕਿ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਆਪਣੇ ਗੇਨ ਦੇ ਲਈ ਵੈਪਨਾਈਜ਼ ਕਰਦੀਆਂ ਨੇ। ਵੈਪਨਾਈਜ਼ ਕਿਵੇਂ ਕਰਦੀਆਂ ਨੇ? ਉਹਦੀ ਇੱਕ ਐਗਜ਼ਾਮਪਲ ਯੂਪੀ ਗਵਰਨਮੈਂਟ ਹੈਗੀ ਆ। ਜਦੋਂ ਸਾਲ 2020 ਦੇ ਵਿੱਚ ਕਰੋਨਾ ਵਾਇਰਸ ਦੇ ਟਾਈਮ ਆਰਡੀਨੈਂਸ ਲਿਆ ਕੇ ਇੱਕ ਬਿੱਲ ਲਿਆਂਦਾ ਜਾਂਦਾ ਜਿਹਦੇ ਵਿੱਚ ਪ੍ਰੋਹਿਬਿਟ ਕੀਤਾ ਜਾਂਦਾ ਹੈ ਅਨਲੌਫੁਲ ਕਨਵਰਜ਼ਨਸ। ਸੋ ਇਹ ਜਿਹੜਾ ਬਿੱਲ ਸੀਗਾ, ਇਸ ਤੋਂ ਬਾਅਦ ਕਾਫੀ ਕ੍ਰਿਟਿਸਿਜ਼ਮ ਵੀ ਇਸ ਬਿੱਲ ਨੂੰ ਮਿਲਿਆ ਆ, ਪਰ ਇਹ ਇਨੈਕਟ ਕਰ ਦਿੱਤਾ ਗਿਆ। ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੈ। ਸੋ ਇੱਥੇ ਆ ਕੇ ਇੱਕ ਡਰ ਲੱਗਦਾ ਹੈ ਕਿ ਇੱਕ ਧਰਮ ਖਾਸ, ਇੱਕ ਕੋਈ ਰਾਜਨੀਤਿਕ ਪਾਰਟੀ ਖਾਸ ਧਰਮ ਦੇ ਲੋਕਾਂ ਦੇ ਲਈ, ਉਹਨਾਂ ਨੂੰ ਇੰਪ੍ਰੈਸ ਕਰਨ ਦੇ ਲਈ ਔਰ ਦੂਸਰੇ ਧਰਮ ਨੂੰ ਮਾੜਾ ਦਿਖਾਉਣ ਦੇ ਲਈ, ਉਹ ਫੀਅਰ ਸਾਈਕੋਸਿਸ ਪੈਦਾ ਕਰਨ ਦੇ ਲਈ ਇਹ ਚੀਜ਼ਾਂ ਮਿਸਯੂਜ਼ ਇਹਨਾਂ ਐਕਟਾਂ ਦਾ ਕਰ ਸਕਦੇ ਆ। ਇਸ ਤੋਂ ਇਲਾਵਾ SGPC ਤੇ ਆਪਾਂ ਇਸ ਵੀਡੀਓ ਨੂੰ ਖਤਮ ਕਰਾਂਗੇ। SGPC ਜਿਹੜੀ ਆ ਉਹ ਆਪਣੀ ਸਿਰਮੌਰ ਜਥੇਬੰਦੀ ਆ। SGPC ਦੀ ਪ੍ਰੋਬਲਮ ਜੋ ਲੇਟਲੀ ਰਹੀ ਆ, ਲੇਟਲੀ ਨਹੀਂ ਪਿਛਲੇ 2 ਦਹਾਕਿਆਂ ਤੋਂ ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਰਹੀ ਹੋਵੇ, ਉਹ ਹੈਗੀ ਆ ਕਿ
ਇੱਕ ਹੋਲੋਨੈਸ ਆ, ਉਹਨਾਂ ਦੇ ਕੰਮਾਂ ਦੇ ਵਿੱਚ ਖਾਲੀਪਨ ਆ। ਜਿੱਥੇ ਅਸਲ ਦੇ ਵਿੱਚ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ, ਉੱਥੇ ਐਸਜੀਪੀਸੀ ਫੋਕਸ ਨਾ ਕਰਕੇ ਜਿਹੜੇ ਬਾਕੀ ਦੇ ਆਪਣੇ ਮਟੀਰੀਅਲਿਸਟਿਕ ਜਾਂ ਆਪਣੇ ਪੋਪੂਲਿਸਟ ਜਿਹੜੇ ਕੰਮ ਆ ਉਹਨਾਂ ਦੇ ਵਿੱਚ ਲੱਗੀ ਹੋਈ ਹੈ। ਐਸਜੀਪੀਸੀ ਦਾ ਬਹੁਤ ਵੱਡਾ ਬਜਟ ਹੈ, ਉਹ ਗੱਲ ਵੱਖਰੀ ਆ। ਅੱਜ ਐਸਜੀਪੀਸੀ ਇਹੀ ਦਿਖਾਉਂਦੀ ਹੈ ਕਿ ਉਹ ਘਾਟੇ ਦੇ ਬਜਟ ਦੇ ਵਿੱਚ ਨੇ, ਪਰ ਐਸਜੀਪੀਸੀ ਕੋਲ ਬਹੁਤ ਪੈਸਾ, ਸੰਗਤ ਦਾ ਪੈਸਾ ਹੈ। ਉਹਨੂੰ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਪਸਾਰ ਦੇ ਲਈ ਉੱਥੇ ਵੱਧ ਤੋਂ ਵੱਧ ਐਜੂਕੇਸ਼ਨ ਉਹਨਾਂ ਲੋਕਾਂ ਨੂੰ ਮਿਲੇ ਜਿਹੜੇ ਅਫੋਰਡ ਨਹੀਂ ਕਰ ਸਕਦੇ। ਔਰ ਜਿਹੜੀ ਸਿੱਖ ਧਰਮ ਦੇ ਵਿੱਚ ਇੱਕ ਬਰਾਬਰਤਾ ਵਾਲਾ ਮਾਹੌਲ ਆ, ਉਹਨੂੰ ਲਿਆਉਣ ਦੇ ਲਈ ਪਿੰਡਾਂ ਦੇ ਵਿੱਚ ਪ੍ਰੋਗਰਾਮ ਐਸਜੀਪੀਸੀ ਲਾਂਚ ਕਰੇ। ਔਰ ਸਭ ਤੋਂ ਪਹਿਲਾਂ ਤਾਂ ਐਸਜੀਪੀਸੀ ਅਤੇ ਸੰਗਤਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇੱਕ ਡਾਟਾ ਮੁਹੱਈਆ ਕਰਾਵੇ, ਇੱਕ ਰਿਸਰਚ ਕਰਾਵੇ ਵੀ ਕਿੰਨੇ ਲੋਕਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਆ, ਕਿੰਨੇ ਲੋਕਾਂ ਨੇ ਸਿੱਖੀ ਤੋਂ ਈਸਾਈ ਧਰਮ ਨੂੰ ਅਪਣਾਇਆ ਔਰ ਕਿੰਨੇ ਲੋਕ ਈਸਾਈ ਧਰਮ ਤੋਂ ਸਿੱਖੀ ਦੇ ਵਿੱਚ ਆਏ ਨੇ। ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਡਾਟਾ, ਫੈਕਟਸ ਔਰ ਫਿਗਰਸ ਆ, ਇਹ ਲੋਕਾਂ ਦੇ ਸਾਹਮਣੇ ਸਪਸ਼ਟ ਹੋਣੀਆਂ ਚਾਹੀਦੀਆਂ। ਔਰ ਐਸਜੀਪੀਸੀ ਸਿਰਮੌਰ ਜਥੇਬੰਦੀ ਹੋਣ ਦੇ ਨਾਮ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਕਾਨੂੰਨ ਬਣਾਉਣੇ ਨਹੀਂ ਬਣਾਉਣੇ ਉਹ ਸਰਕਾਰ ਦਾ ਕੰਮ ਹੈ। ਕਾਨੂੰਨ ਸਰਕਾਰ ਆਪਣੀ ਮਰਜ਼ੀ ਦੇ ਨਾਲ ਆਪਣੇ ਵੋਟ ਬੈਂਕ ਨੂੰ ਸੰਤੁਸ਼ਟ ਕਰਨ ਦੇ ਲਈ ਬਣਾਏਗੀ, ਪਰ ਐਸਜੀਪੀਸੀ ਦਾ ਕੰਮ ਹੈ ਸਿੱਖੀ ਦਾ ਪਸਾਰ ਕਰਨਾ, ਕੋਈ ਇੱਦਾਂ ਦੇ ਇਨੋਵੇਟਿਵ ਮੈਥਡਸ ਲੈ ਕੇ ਆਣੇ ਜਿਹਦੇ ਵਿੱਚ ਡਿਜੀਟਲ ਔਰ ਡਿਜੀਟਲਾਈਜੇਸ਼ਨ ਦੇ ਨਾਲ, ਟੈਕਨੋਲੋਜੀ ਦੇ ਨਾਲ ਬੱਚੇ ਤੱਕ ਗੁਰਬਾਣੀ ਦੇ ਜਿਹੜੇ ਲੈਸਨਸ ਆ, ਪਾਠ ਆ, ਉਹਨਾਂ ਨੂੰ ਪਹੁੰਚਾਇਆ ਜਾ ਸਕੇ। ਉਹਨਾਂ ਦਾ ਫਿਲਮਾਂਕਣ ਕਰਕੇ ਜਾਂ ਕੁਛ ਇੱਦਾਂ ਦਾ ਮਿਊਜ਼ਿਕ ਐਡ ਕਰਕੇ, ਐਨੀਮੇਸ਼ਨਸ ਕਰਕੇ ਪਸਾਰ ਕੀਤਾ ਜਾਵੇ। ਔਰ ਸਮਾਜ ਦਾ ਜਿਹੜਾ ਉਹ ਸੈਕਸ਼ਨ ਆ ਜਿਹੜਾ ਆਪਣੇ ਆਪ ਨੂੰ ਮਜ਼ਹਬੀ ਸਿੱਖ ਕਹਾਉਂਦਾ ਜਾਂ ਕੁਛ ਇਹੋ ਜਿਹੇ ਉਹਨਾਂ ਦੇ ਨਾਲ ਟੈਗ ਜਿਹੜੇ ਸਮਾਜ 'ਚ ਜੁੜੇ ਆ, ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਸਿੱਖੀ ਨੇ ਲਿਆ ਹੋਇਆ ਆਲਰੇਡੀ। ਸਿਰਫ ਔਰ ਸਿਰਫ ਇੱਕ ਪ੍ਰਚਾਰ ਕਰਨ ਦੀ ਕਮੀ ਆ। ਦੈਟ ਇਜ਼ ਐਟ ਦਾ ਐਂਡ ਆਫ ਐਸਜੀਪੀਸੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਇਹਦੇ ਵਿੱਚ ਕੁਛ ਵੀ ਤੁਹਾਡਾ ਐਡ ਕਰਨ ਵਾਲਾ ਹੋਇਆ ਤਾਂ ਡੂ ਐਡ ਇਨ ਦਾ ਕਮੈਂਟ ਬਾਕਸ। ਥੈਂਕ ਯੂ ਸੋ ਮਚ।